ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਵਿਚਾਰ ਚਰਚਾ ਤੇ ਤੁਹਾਡਾ ਆਪਣਾ ਟੈਲੀਵਿਜ਼ਨ ਪੰਜਾਬੀ ਨੈਸ਼ਨਲ ਟੀਵੀ। ਇਸ ਪ੍ਰੋਗਰਾਮ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਸਾਡੇ ਆਲੇ ਦੁਆਲੇ ਬੀਤ ਰਹੀਆਂ ਘਟਨਾਵਾਂ, ਅਖਬਾਰਾਂ ਦੀਆਂ ਖਬਰਾਂ ਜਾਂ ਹੋਰ ਕੁਝ ਜੋ ਵੀ ਸਾਨੂੰ ਪ੍ਰਭਾਵਿਤ ਕਰਦਾ ਹੈ, ਤੁਹਾਨੂੰ ਪ੍ਰਭਾਵਿਤ ਕਰਦਾ ਹੈ, ਸਾਡੇ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ। ਤੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਚਰਚਾ ਲਈ ਹਾਜ਼ਰ ਨੇ ਸਰਦਾਰ ਅਵਤਾਰ ਸਿੰਘ ਜੀ ਸ਼ੇਰਗਿੱਲ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਬੜੇ ਦਿਨਾਂ ਤੋਂ ਰੌਲਾ ਪੰਜਾਬ ਦਾ ਉੱਥੇ ਦਾ ਉੱਥੇ ਹੀ ਹੈ। MSP ਕਿਸਾਨ ਆਰਡੀਨੈਂਸ ਤੇ ਇਹਨਾਂ ਸਭ ਦੇ ਉੱਤੇ ਬਹੁਤ ਸਾਰੀ ਚਰਚਾ ਅਸੀਂ ਪਹਿਲਾਂ ਵੀ ਕੀਤੀ ਤੇ ਹਾਲੇ ਵੀ ਇਹ ਮਸਲਾ ਕਿਸੇ ਤਣ ਪੱਤਣ ਲੱਗਦਾ ਨਜ਼ਰ ਨਹੀਂ ਆਉਂਦਾ। ਸਰਕਾਰ ਆਪਣੇ ਤਰੀਕੇ ਨਾਲ ਬਹੁਮਤ ਵਿੱਚ ਹੈ ਤੇ ਉਹਨਾਂ ਕੋਲ ਜਿਹੜਾ ਨੰਬਰਸ ਜਿਹੜੇ ਲੋੜੀਂਦੇ ਹੈ ਲੋਕਤੰਤਰ ਵਿੱਚ ਕਿਸੇ ਵੀ ਕਾਨੂੰਨ ਨੂੰ, ਕਿਸੇ ਵੀ ਵਿਚਾਰ ਨੂੰ ਕਾਨੂੰਨ ਬਣਾਉਣ ਲਈ ਤੇ ਉਹਨੂੰ ਪਾਸ ਕਰਨ ਲਈ, ਉਹ ਉਹਨਾਂ ਨੇ ਲੋਕ ਸਭਾ 'ਚ ਵੀ ਕਰ ਦਿੱਤਾ ਤੇ ਰਾਜ ਸਭਾ 'ਚ ਉਹਨਾਂ ਨੇ ਜਿਸ ਤਰੀਕੇ ਕੀਤਾ ਇਹ ਕਾਬਲੇ ਜ਼ਿਕਰ ਹੈ। ਇਸ ਤਰ੍ਹਾਂ ਰਾਜ ਸਭਾ ਜਿਹੜੀ ਆ ਉਹ ਇਵੇਂ ਐਕਟ ਨਹੀਂ ਕਰਦੀ ਜਿਵੇਂ ਇਸ ਵਾਰ ਕੀਤਾ ਗਿਆ। ਮਾਈਕ ਬੰਦ ਕਰ ਦੇਣੇ, ਰੌਲਾ ਰੱਪਾ ਹੋਣਾ। ਰੌਲਾ ਰੱਪਾ ਤਾਂ ਖੈਰ ਪਹਿਲਾਂ ਵੀ ਹੁੰਦਾ ਸੀ। ਰੂਲ ਬੁੱਕ ਪਾੜ ਦੇਣੀ ਤੇ ਮੈਂਬਰਾਂ ਦਾ ਸਭਾ ਦੇ ਅਧਿਕਸ਼ ਦੀ ਕੁਰਸੀ ਤੱਕ ਪਹੁੰਚ ਜਾਣਾ। ਤੇ ਕੱਲ੍ਹ ਦੀ ਜਿਹੜੀ ਖਬਰ ਆ, ਜੋ ਅੱਜ ਸਵੇਰੇ ਸਾਡੇ ਖਬਰ ਬਣੀ ਆ ਕਿ ਇਸ ਸਾਰੇ ਸੰਘਰਸ਼ ਨੂੰ ਵਿਰਾਮ ਦੇਣ ਲਈ ਜਾਂ ਇਹਨੂੰ ਠੱਲ ਪਾਉਣ ਲਈ ਜਾਂ ਕੋਲਿਆਂ ਤੇ ਥੋੜ੍ਹਾ ਜਿਹਾ ਪਾਣੀ ਪਾਉਣ ਦੀ ਯਤਨ ਕੀਤਾ ਹੈ ਸਰਕਾਰ ਨੇ। MSP ਦੇ ਵਿੱਚ ਕੁਝ ਬਦਲਾਵ ਕੀਤੇ ਗਏ ਨੇ। ਤੁਸੀਂ ਜਾਣਦੇ ਆ ਕਿ MSP ਜਿਹੜੀ ਆ ਉਹ ਜਦੋਂ ਫਸਲ ਬੀਜੀ ਜਾਂਦੀ ਆ ਜਾਂ ਨਵੰਬਰ 'ਚ ਕਿਤੇ ਨਾ ਕਿਤੇ ਅਨਾਊਂਸ ਕਰਦੇ ਸੀ ਇਹ। ਬਿਲਕੁਲ। ਇਸ ਵਾਰ ਇਹਨਾਂ ਨੇ ਕੁਝ ਸਮਾਂ ਪਹਿਲਾਂ ਹੀ ਉਹ ਕਰ ਦਿੱਤੇ ਨੇ ਤੇ ਇਹ ਸਾਰਾ ਕੁਝ ਜਰਾ ਇੱਕ ਵਾਰੀ ਆਪਾਂ ਇਹਨੂੰ ਖੋਲੀਏ, ਸ਼ੁਰੂ ਕਰੀਏ ਇਸ ਗੱਲ ਦੇ ਉੱਤੇ। ਇਹ ਮੈਂ ਦੱਸਣਾ ਚਾਹੁੰਦਾ ਆ ਕਿ MSP ਜਿਹੜਾ ਆ ਇਹ ਕਿਸਾਨੀ ਦਾ ਇੱਕ ਬਹੁਤ ਮਜ਼ਬੂਤ ਆਧਾਰ ਆ ਜੀ, ਜਿਹੜਾ ਕਿ ਉਹਨਾਂ ਨੂੰ ਆਪਣੀ ਫਸਲ ਵੇਚਣ ਲਈ ਇੱਕ ਨਿਰਧਾਰਤ ਤੈਅਸ਼ੁਦਾ ਕੀਮਤ ਦਿੰਦਾ ਆ ਜੀ। ਇਸੇ ਦਾ ਰੌਲਾ ਪੈਂਦਾ ਚੱਲਿਆ ਆ ਰਿਹਾ ਜੂਨ ਮਹੀਨੇ ਦਾ, ਜਦੋਂ ਇਹਨਾਂ ਨੇ ਆਰਡੀਨੈਂਸ ਦਿੱਤੇ ਸੀਗੇ ਜੀ। ਆਰਡੀਨੈਂਸ ਬਣਾ ਕੇ ਕਾਹਲੇ ਦੇ ਵਿੱਚ ਲਿਆ ਕੇ ਬਿੱਲ ਤਿਆਰ ਕਰ ਲਏ। ਬਿੱਲ ਵੀ ਪਹਿਲੇ ਹੱਲੇ 'ਚ ਹੀ ਪੇਸ਼ ਕਰ ਦਿੱਤੇ ਸੰਸਦ ਦੇ ਸੰਖੇਪ ਇਜਲਾਸ ਦੇ ਵਿੱਚ। ਏਡੀ ਵੱਡੀ ਕਾਹਲੀ ਦਾ ਜਿਹੜਾ ਸਬਬ ਬਣਿਆ, ਜਿਹੜੇ ਕਰਕੇ ਸਾਰਾ ਇਹ ਪ੍ਰਦਰਸ਼ਨਾਂ ਦਾ ਕਿਸਾਨ ਸੰਘਰਸ਼ ਦਾ ਰੂਪ ਧਾਰ ਗਿਆ ਜੀ। ਹੁਣ ਉਸ ਕਿਸਾਨੀ ਸੰਘਰਸ਼ ਨੂੰ, ਜਿਹੜੇ ਕਿਸਾਨੀ ਅੰਦੋਲਨ ਨੂੰ, ਕਿਸਾਨਾਂ ਦੇ ਰੋਸ ਨੂੰ, ਗੁੱਸੇ ਨੂੰ ਠੰਡਾ ਕਰਨ ਲਈ ਸਰਕਾਰ ਨੇ ਆਪਣੇ ਤਰਫੋਂ ਕੋਸ਼ਿਸ਼ ਕੀਤੀ ਆ ਵੀ ਜਿਹੜੀ MSP ਉਹ ਫਸਲ ਦੇ ਬੀਜਣ ਤੋਂ ਬਾਅਦ ਐਲਾਨ ਦੀ ਹੁੰਦੀ, ਉਹ ਉਹਨਾਂ ਨੇ ਕਣਕ ਸਮੇਤ 6 ਫਸਲਾਂ ਦੀ ਜਿਹੜੀ MSP ਉਹ ਬਹੁਤ ਹੀ ਐਡਵਾਂਸ ਸਟੇਜ 'ਤੇ ਐਲਾਨ ਦਿੱਤੀ ਜੀ। ਕਹਿਣ ਤੋਂ ਭਾਵ ਹੈ ਵੀ ਸਰਕਾਰ ਨੂੰ ਵੀ ਕਿਤੇ ਲੱਗਦਾ ਸੀ ਵੀ ਕਿਸਾਨਾਂ ਦਾ ਜਿਹੜਾ ਗੁੱਸਾ ਆ ਇਹ MSP ਨੂੰ ਲੈ ਕੇ ਆ, ਤਾਂ ਕਿਉਂ ਨਾ ਆਪਾਂ ਉਸ MSP ਦਾ ਐਲਾਨ ਐਡਵਾਂਸ ਕਰ ਦਈਏ। ਇਹ ਛੇਤੀ ਐਲਾਨੀ ਗਈ MSP ਸਰਕਾਰ ਦੀ ਕਿਤੇ ਨਾ ਕਿਤੇ ਆਪਣੀ ਗਲਤੀ ਨੂੰ ਲੁਕਾਉਣ ਦੀ। ਸਰਕਾਰ ਤਾਂ ਮੰਨਦੀ ਨਹੀਂ ਸਾਡੀ ਗਲਤੀ ਹੈ। ਸਰਕਾਰ ਤਾਂ ਹਾਲੇ ਵੀ ਪ੍ਰਧਾਨ ਮੰਤਰੀ ਔਰ ਖੇਤੀ ਮੰਤਰੀ ਇਹ ਕਹਿ ਰਹੇ ਆ ਵੀ ਅਸੀਂ ਆਧੁਨਿਕ ਯੁੱਗ ਨਾਲ ਕਿਸਾਨ ਨੂੰ ਜੋੜਨਾ। ਜੇ ਭਾਵੇਂ ਉਹ ਨਹੀਂ ਮੰਨਦੇ ਜੀ, ਪਰ ਫਿਰ ਜੇ ਉਹ ਨਹੀਂ ਮੰਨਦੇ, ਜੇ ਉਹਨਾਂ ਨੇ ਕੋਈ ਗਲਤੀ ਨਹੀਂ ਕੀਤੀ, ਫਿਰ MSP ਨੂੰ ਮਹੀਨਾ ਡੇਢ ਮਹੀਨਾ ਪਹਿਲਾਂ ਐਲਾਨਣ ਦੀ ਜ਼ਰੂਰਤ ਕੀ ਪਈ? ਉਹਨਾਂ ਨੂੰ ਇਹੀ ਪਤਾ ਲੱਗਾ ਆ, ਉਹਨਾਂ ਦਾ ਇਹ ਮਤਲਬ ਆ ਵੀ ਜਿਹੜਾ ਕਿਸਾਨਾਂ ਦਾ ਰੌਲਾ MSP ਤੇ ਆ। ਜਦਕਿ ਮੈਂ ਦੱਸਣਾ ਚਾਹੂੰਗਾ ਵੀ MSP ਦਾ ਇਹਨਾਂ ਤਿੰਨਾਂ ਬਿੱਲਾਂ ਦੇ ਵਿੱਚ ਕਿਤੇ ਜ਼ਿਕਰ ਹੈ ਨਹੀਂ ਜੀ। MSP ਠੀਕ ਹੈ, ਜਦੋਂ ਇਹੋ ਜਿਹੇ ਬਿੱਲ ਲਾਗੂ ਹੋਣਗੇ MSP ਆਪਣੇ ਆਪ ਟੁੱਟ ਜਾਊਗੀ, ਜਿਹਦਾ ਖਦਸ਼ਾ ਕਿਸਾਨ ਪ੍ਰਗਟਾਉਂਦੇ ਆ। ਔਰ ਉਹੀ ਖਦਸ਼ੇ ਦੇ ਕਾਰਨ ਉਸੇ ਨੂੰ ਅੰਦੋਲਨ ਬਣਾ ਕੇ ਤੁਰਿਆ ਹੋਇਆ ਵੀ ਜੇ MSP ਟੁੱਟ ਗਈ ਤਾਂ ਕਿਸਾਨ ਰੁਲ ਜਾਊਗਾ ਜੀ। ਅੰਨਦਾਤਾ ਇਸ ਵੇਲੇ ਸੜਕਾਂ ਤੇ ਤੁਰਿਆ ਫਿਰਦਾ, ਫਸਲ ਪੱਕੀ ਹੋਈ ਹੈ, ਝੋਨਾ ਪੱਕਿਆ ਹੋਇਆ, ਜਿਹਨੂੰ ਚੱਕਣਾ ਆ ਹੋਰ 10-15 ਦਿਨ ਤੱਕ ਸਰਕਾਰੀ ਖਰੀਦ ਸ਼ੁਰੂ ਹੋ ਜਾਣੀ ਆ, ਫਿਰ ਨਵੀਂ ਫਸਲ ਕਣਕ ਬੀਜੀ ਜਾਣੀ ਆ। ਪਰ ਕਿਸਾਨ ਅੱਜ ਆਪਣੇ ਭਵਿੱਖ ਨੂੰ ਲੈ ਕੇ ਇੰਨਾ ਚਿੰਤਤ ਆ ਕਿ ਉਹ ਸੜਕਾਂ ਤੇ ਉਤਰਿਆ ਹੋਇਆ। ਕਰੋਨਾ ਵਰਗੀ ਮਹਾਮਾਰੀ ਦੇ ਦੌਰ ਦੇ ਵਿੱਚ ਵੀ ਆਪਣੀ ਸਿਹਤ ਦੀ ਪਰਵਾਹ ਕਰਨ ਦੀ ਬਜਾਏ ਭਵਿੱਖ ਬਾਰੇ ਚਿੰਤਤ ਆ ਵੀ ਮੇਰੇ ਪਰਿਵਾਰ, ਮੇਰਾ ਬੱਚੇ ਜਿਹੜੇ ਆਉਣ ਵਾਲਾ ਸਮਾਂ ਆ, ਉਹ ਇਸ ਬਿੱਲਾਂ ਨੂੰ ਲੈ ਕੇ ਉਹ ਇੰਨਾ ਚਿੰਤਤ ਹੋ ਗਿਆ ਵੀ ਉਹ ਸੜਕਾਂ ਤੇ ਉਤਰ ਆਇਆ। ਹੁਣ MSP ਦੀ ਜੇ ਗੱਲ ਕਰਦੇ ਆ ਤਾਂ ਉਹਨਾਂ ਨੇ 50 ਰੁਪਏ ਤੱਕ ਕਣਕ ਦੇ ਵਧਾਏ ਆ, ਜਿਹੜੇ ਕਿ ਪਹਿਲਾਂ 1925 ਰੁਪਏ ਸੀ, ਹੁਣ ਵੱਧ ਕੇ ਉਹ 1975 ਹੋ ਗਿਆ। ਫਿਰ ਸਰੋਂ ਦਾ ਭਾਅ ਵਧਾਇਆ, ਛੋਲਿਆਂ ਦਾ, ਮਸਰ ਦਾ, ਤੇ ਹੋਰ 6 ਫਸਲਾਂ ਉਹਨਾਂ ਦੀਆਂ ਜਿਹੜੀ ਹਾੜੀ ਦੀਆਂ ਹੁੰਦੀਆਂ ਉਹਨਾਂ ਦਾ ਭਾਅ ਵਧਾ ਦਿੱਤਾ। ਪਰ ਮਸਲਾ ਤਾਂ ਉੱਥੇ ਖੜਾ ਆ ਵੀ MSP ਇਹਨਾਂ ਨੇ, ਸਰਕਾਰ ਨੇ ਗਰੰਟੀ ਤਾਂ ਦਿੱਤੀ ਨਹੀਂ। ਠੀਕ ਆ ਵੀ ਪ੍ਰਧਾਨ ਮੰਤਰੀ ਵੀ ਕਹਿ ਰਿਹਾ ਵੀ MSP ਨੂੰ ਕੋਈ ਨਹੀਂ ਛੇੜੇਗਾ, ਮੰਡੀਕਰਨ ਨੂੰ ਕੋਈ ਨਹੀਂ ਛੇੜੇਗਾ। ਪਰ ਉਹਦਾ ਜੇ ਤੁਸੀਂ ਹੁਣ ਐਡਾ ਵੱਡਾ ਉਪਰਾਲਾ ਕੀਤਾ ਆ, ਬਿੱਲ ਲਿਆਂਦੇ ਕਿਸਾਨੀ ਸੰਬੰਧੀ, ਇੰਨਾ ਰੌਲਾ ਪਵਾਇਆ, ਤਾਂ ਉਹਦੇ ਵਿੱਚ ਉਹਨਾਂ ਨੇ ਗਰੰਟੀ ਵਿੱਚ ਕਿਉਂ ਨਹੀਂ ਦਰਜ ਕੀਤਾ? ਉਹਦੇ ਨਹੀਂ, ਇਸੇ ਬਿੱਲ ਦੇ ਵਿੱਚ MSP ਨੂੰ ਦਰਜ ਕਰ ਦਿੰਦੇ ਤਾਂ ਕਿ ਜੇ ਪ੍ਰਧਾਨ ਮੰਤਰੀ ਹੁਣ ਜਿਵੇਂ ਆਮ ਹੀ ਕਹਿ ਦਿੰਦੇ ਆ ਵੀ ਜੋ 70 ਸਾਲ ਤੋਂ ਕਾਂਗਰਸ ਨਹੀਂ ਕਰ ਸਕੀ ਉਹ ਅਸੀਂ ਕੀਤਾ, ਤੇ ਜੋ 60 ਸਾਲ ਤੋਂ MSP ਕਿਸੇ ਕਾਨੂੰਨ ਦਾ ਰੂਪ ਨਹੀਂ ਬਣ ਸਕਿਆ ਉਹਨੂੰ ਕਾਨੂੰਨ ਦਾ ਰੂਪ ਦੇ ਦਿਓ ਜੀ, ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਹੋਰ ਸਰਕਾਰ ਵੀ ਆਊਗੀ ਤਾਂ MSP ਵੱਲ ਮੂੰਹ ਨਹੀਂ ਕਰੂਗੀ। ਸ਼ੇਰਗਿੱਲ ਸਾਹਿਬ, ਜੇ ਆਪਾਂ ਇਕੱਲੀ MSP ਦੀ ਗੱਲ ਕਰੀਏ ਪੰਜਾਬ 'ਚ, ਤੁਸੀਂ ਵੀ ਖੇਤੀ ਨਾਲ ਜੁੜੇ ਹੋਏ ਆ, ਮੈਂ ਵੀ ਜੁੜਿਆ ਹੋਇਆ, ਜਾਂ ਅਸੀਂ ਸਿੱਧੇ ਤੌਰ ਤੇ ਜੁੜੇ ਹੋਏ, ਸਾਨੂੰ ਇਹਦੇ ਬਾਰੇ ਸਮਝ ਲੱਗਦੀ ਆ। MSP ਸਰਕਾਰ ਇੱਕ ਸਪੋਰਟਿਵ ਪ੍ਰਾਈਸ ਦੇ ਦਿੱਤੀ ਹੈ ਜੀ,
ਪਰ ਕੀ ਉਸ ਪ੍ਰਾਈਸ ਦਾ ਜਿਹੜਾ ਅਨੁਕੂਲਨ ਕਿਤੇ ਹੁੰਦਾ? ਕੀ ਉਸ ਪ੍ਰਾਈਸ ਤੇ ਸਾਡੀਆਂ ਫਸਲਾਂ ਵਿਕਦੀਆਂ? ਸਿਰਫ 2 ਫਸਲਾਂ ਜਿਹੜੀਆਂ ਸਰਕਾਰ ਆਪ ਖਰੀਦਦੀ ਆ ਜਾਂ ਸਰਕਾਰੀ ਏਜੰਸੀਆਂ ਖਰੀਦਦੀਆਂ, ਉਹ ਵੀ ਉਹ ਉਨੇ ਦਿਨ ਉਸ ਰੇਟ ਤੇ ਵਿਕਦੀਆਂ ਜਿੰਨੇ ਦਿਨ ਮੰਡੀ ਓਪਨ ਹੁੰਦੀ ਆ। ਜਿੱਦਾਂ ਝੋਨੇ ਦੀ ਮੰਡੀ ਹੁਣ ਥੋੜੇ ਦਿਨਾਂ ਲਈ ਓਪਨ ਹੋ ਜਾਣੀ ਆ, ਮਹੀਨਾ ਸਵਾ ਮਹੀਨਾ ਰਹਿੰਦੀ ਆ, ਇਦਾਂ ਹੀ ਅਪ੍ਰੈਲ 'ਚ ਕਣਕ ਦੀ ਮੰਡੀ ਹੁੰਦੀ ਆ। ਉਸ ਤੋਂ ਬਾਅਦ ਸਾਰਾ ਸਾਲ ਤੇ ਉਸ MSP ਦੀ ਕੋਈ ਗੱਲ ਨਹੀਂ ਕਰਦਾ। ਨਹੀਂ, ਕਾਰਨ ਇਹ ਹੈ ਵੀ ਤੁਸੀਂ ਜਿੱਦਾਂ ਦੱਸਿਆ 2 ਹੀ ਫਸਲਾਂ ਲੈਂਦੇ, ਮੁੱਖ ਫਸਲਾਂ 2 ਹੀ ਆ, ਹਾੜੀ ਸੌਣੀ ਦੀਆਂ, ਕਣਕ ਤੇ ਝੋਨਾ। ਪਰ ਜੇ ਦੇਖਿਆ ਜਾਵੇ ਤਾਂ ਮੱਕੀ ਦੀ ਫਸਲ ਵੀ ਬਹੁਤ ਹੁੰਦੀ ਹੈ। ਪਰ ਉਹ MSP ਅੱਜ ਦੇ ਦੌਰ ਦੇ ਵਿੱਚ ਜਿੱਥੇ ਉਹਦਾ ਰੇਟ 1900 ਰੁਪਇਆ ਆ, 1850 1900 ਦੇ ਵਿੱਚ ਰੱਖਿਆ ਕਿਤੇ ਨਾ ਕਿਤੇ, ਪਰ ਉਸ ਦੇ ਬਾਵਜੂਦ ਵੀ ਕਿਸਾਨਾਂ ਨੂੰ ਆਪਣੀ ਮੱਕੀ ਜਿਹੜੀ 700-800 ਨੂੰ ਵੇਚਣੀ ਪਈ। ਗੱਲ ਤੇ ਸਰਕਾਰ ਕਰਦੀ ਆ ਫਸਲੀ ਵਿਭਿੰਨਤਾ ਦੀ ਕਿ ਫਸਲਾਂ ਹੋਰ ਬੀਜੋ, ਤੇ ਜਦੋਂ ਅਸੀਂ ਹੋਰ ਫਸਲਾਂ ਜਿਹੜੀਆਂ ਬੀਜਦੇ ਆ ਉਹਨਾਂ ਫਸਲਾਂ ਦੀ ਸਰਕਾਰ ਜਿਹੜੀ ਰੇਟ ਆ, ਸਰਕਾਰ ਨੇ ਭਾਵੇਂ MSP ਐਲਾਨ ਕਰ ਦਿੱਤੀ ਪਰ ਉਹ MSP ਨਾ ਤੇ ਉਹਨਾਂ ਨੂੰ ਕੋਈ ਖਰੀਦਣ ਵਾਲਾ ਦਿੰਦਾ ਤੇ ਨਾ ਆੜਤੀਆ ਦਵਾਉਂਦਾ। ਇਹਨੂੰ ਕਾਨੂੰਨੀ ਮਾਨਤਾ ਨਹੀਂ ਨਾ ਹੈ, ਇੱਕ ਵਿਵਸਥਾ ਆ ਸਿਰਫ ਜੀ। ਇਹ ਇਹਨਾਂ ਦੇ ਵਿੱਚ ਸਰਕਾਰ 'ਚ ਇੱਕ ਵਿਵਸਥਾ ਆ। ਉਹ 1960 'ਚ ਜਦੋਂ ਹਰੀ ਕ੍ਰਾਂਤੀ ਲਿਆਉਣੀ ਸੀ ਨਾ, ਤੇ ਕਿਸਾਨਾਂ ਨੇ ਕਿਹਾ ਸੀ ਵੀ ਅਸੀਂ ਤੁਹਾਨੂੰ ਫਸਲ ਬਹੁਤ ਜ਼ਿਆਦਾ ਭੰਡਾਰਨ ਕਰਨ ਲਈ ਦੇ ਸਕਦੇ ਹਾਂ, ਪੈਦਾ ਕਰ ਸਕਦੇ ਹਾਂ, ਤੁਸੀਂ ਸਾਨੂੰ ਇਹਦੇ ਬਦਲੇ ਕੀ ਦਵੋਗੇ? ਉਦੋਂ ਇਹਨਾਂ ਨੂੰ ਭਰੋਸਾ ਦਿੱਤਾ ਸੀ ਵੀ ਤੁਹਾਡੇ ਲਈ ਹਮੇਸ਼ਾ ਇੱਕ ਮਿਨੀਮਮ ਸਪੋਰਟ ਪ੍ਰਾਈਸ ਅਸੀਂ ਐਲਾਨ ਦਿੰਦੇ ਹਾਂ, ਉਹ ਪੱਕੀ ਰਹੂਗੀ। ਉਹਦੀ ਕਿਤੇ ਵੀ ਉਹਨਾਂ ਨੇ ਕਾਨੂੰਨੀ ਤੌਰ ਤੇ ਮਾਨਤਾ ਨਹੀਂ ਦਿੱਤੀ। ਹੁਣ ਮੌਕਾ ਸੀਗਾ, ਚਾਹੀਦਾ ਤਾਂ ਇਹ ਸੀ ਵੀ ਇਸ MSP ਨੂੰ ਕਾਨੂੰਨੀ ਮਾਨਤਾ ਦੇਣ ਲਈ ਇਹ ਜਿਹੜੇ 2 ਬਿੱਲ ਆ, ਇੱਕ ਤਾਂ ਹੈਗਾ ਮੰਡੀਕਰਨ ਦਾ ਬਿੱਲ, ਇੱਕ ਕੰਟਰੈਕਟ ਫਾਰਮਿੰਗ ਦਾ ਬਿੱਲ ਆ, ਇਹਨਾਂ ਦੇ ਵਿੱਚ ਇਹਨੂੰ ਲਾਗੂ ਕਰ ਦਿੰਦੇ, ਇਹਦੇ ਵਿੱਚ ਪਾ ਦਿੰਦੇ ਵੀ ਤੁਹਾਡੀ MSP ਹਮੇਸ਼ਾ ਲਈ ਪੱਕੀ ਹੋ ਗਈ। ਤੇ ਹੁਣ ਤੇ ਕਿਤੇ ਦਾ ਕਿਸਾਨਾਂ ਦਾ ਜਿਹੜੇ ਸ਼ੰਕੇ ਆ ਤੌਖਲੇ ਦੂਰ ਹੋ ਸਕਦੇ ਸੀਗੇ। ਨਹੀਂ, ਇਹ ਸਰਕਾਰ ਕਿਸਾਨਾਂ ਦਾ ਜੇ ਚਾਹਵੇ ਤੇ ਭਲਾ ਕਰ ਸਕਦੀ ਸੀ, MSP ਨੂੰ ਫਿਕਸ ਕਰ ਦਿੰਦੇ। ਹੁਣ ਕਿਹੜਾ ਉਹਨਾਂ ਨੇ ਆਪ ਖਰੀਦਣੀ ਹੈ? ਮੈਂ ਉਹੀ ਕਿਹਾ ਵੀ ਨਹੀਂ ਖਰੀਦਣੀ, ਦੇਖੋ ਚਾਹੇ ਪ੍ਰਾਈਵੇਟ ਪਾਰਟਨਰ ਹੀ ਖਰੀਦਣੇ ਬਾਅਦ ਚ, ਵੱਡੇ ਘਰਾਣੇ ਜਾਂ ਵਪਾਰੀ ਖਰੀਦਣੇ ਆ। ਹੁਣ ਕਹਿੰਦੇ ਵੀ ਵਪਾਰੀ ਸਿੱਧਾ ਕਿਸਾਨ ਤੋਂ ਲਊਗਾ, ਹੁਣ ਹੀ ਉਹਨਾਂ ਨੂੰ ਮੰਡੀਆਂ 'ਚ ਭੇਜ ਕੇ ਖਰੀਦ ਕਰਾ ਦੇਵੇ। ਜੇ ਪ੍ਰਾਈਵੇਟ ਨਹੀਂ ਖਰੀਦਣੀ ਆ ਤਾਂ ਮੰਡੀਆਂ 'ਚ ਭੇਜ ਕੇ ਉਹ ਸਿੱਧੀ ਖਰੀਦ ਕਰ ਸਕਦਾ। ਪਰ ਇਹਦਾ ਮੈਂ ਦੱਸਣਾ ਚਾਹੂੰਗਾ ਹੁਣ ਨਹੀਂ ਇਹਦਾ ਕੋਈ ਵੀ ਅਸਰ ਹੋਣਾ, 1 ਸਾਲ ਤੱਕ ਨਹੀਂ ਪਤਾ ਲੱਗਣਾ, ਕਿਉਂਕਿ ਇਹਨਾਂ ਨੇ ਤੁਹਾਨੂੰ ਉਸ MSP ਰੇਟ ਤੇ ਹੀ ਫਸਲਾਂ ਦੇ ਭਾਅ ਦੇਈ ਜਾਣੇ ਆ, ਕਹੀ ਜਾਣਾ ਵੀ ਦੇਖੋ ਜੀ ਤੋੜਿਆ ਨਹੀਂ ਅਸੀਂ। ਇਹਦਾ ਅਸਰ ਹੋਣਾ 2-3 ਸਾਲ ਬਾਅਦ ਜਦੋਂ ਵਪਾਰੀਆਂ ਦੇ ਸ਼ਿਕੰਜੇ 'ਚ ਕਿਸਾਨ ਆ ਜਾਊਗਾ, ਉਹਨਾਂ ਦੇ ਕੰਟਰੈਕਟ ਫਾਰਮਿੰਗ ਜਿਹੜੀ ਆ 3-4 ਸਾਲ ਲਈ ਲੈ ਲਈ ਜਾਵੇਗੀ। ਫਿਰ ਕਿਸਾਨ ਨੂੰ ਇੱਕ ਕਿਸਮ ਦਾ ਆਪਣੀ ਜ਼ਮੀਨ ਨਾ ਹੋਣ ਦਾ ਅਹਿਸਾਸ ਹੁੰਦਾ ਰਹੂਗਾ ਵੀ ਮੇਰੇ ਤੇ ਜ਼ਮੀਨ ਹੈ ਨਹੀਂ ਤੇ ਠੇਕੇ ਤੇ ਵਪਾਰੀ ਨੇ ਲੈ ਲਈ ਆ। ਉਸ ਸਮੇਂ ਦੌਰਾਨ ਉਹ ਜੋ ਫਸਲ ਬੀਜੂਗਾ ਉਹ ਉਹਨਾਂ ਨੇ ਵੱਡੇ ਘਰਾਣੇ ਨੇ ਲੈਣੀ ਹੋਊਗੀ। 3-4 ਸਾਲ ਬਾਅਦ ਫਿਰ ਉਹਨੂੰ ਆਪਣਾ ਅਹਿਸਾਸ ਹੋਊਗਾ ਵੀ ਮੈਂ ਇਹ ਗਲਤੀ ਕਰ ਲਈ, ਵੀ ਇਹ ਠੇਕੇ ਵਾਲਾ ਪ੍ਰਣਾਲੀ ਜਿਹੜਾ ਸਹੀ ਨਹੀਂ ਸੀ। ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਬਿਹਾਰ ਵਿੱਚ ਇਹਨਾਂ ਨੇ ਜਿਹੜਾ ਉਸ ਕੰਜ਼ਿਊਮਰ ਪ੍ਰੋਡਕਸ਼ਨ ਦਾ ਐਕਟ ਆ ਉਹਨੂੰ ਤੋੜਿਆ ਸੀਗਾ 2006 ਚ ਸ਼ਾਇਦ, ਤੇ ਉਸ ਤੋਂ ਬਾਅਦ ਉੱਥੇ ਕੁਝ ਭਲਾ ਨਹੀਂ ਹੋਇਆ। ਨਹੀਂ, ਉਹ ਤਾਂ ਹੀ ਇਸੇ ਕਰਕੇ ਤਾਂ ਉਹਦੀ ਤੁਲਨਾ ਕਰਦੇ ਆ ਵੀ ਜਦੋਂ ਤੁਸੀਂ 2006 ਚ ਬਿਹਾਰ 'ਚ ਇਹ ਲਾਗੂ ਕਰਕੇ ਦੇਖਿਆ ਸੀ ਵੀ ਕੀ ਫਰਕ ਪੈਂਦਾ, ਤਾਂ ਤੁਸੀਂ ਉੱਥੇ ਅੱਜ ਦੀ ਸਥਿਤੀ 'ਚ ਔਰ 2006 ਦੀ ਸਥਿਤੀ ਵਾਲੀ ਦੇਖ ਲਓ। ਉੱਥੋਂ ਦੇ ਜਿਹੜੇ ਕਿਸਾਨ ਆ ਆਪਣੇ ਕੋਲ ਆਉਂਦੇ ਆ, ਜਿਹੜੇ ਉੱਥੋਂ ਮਜ਼ਦੂਰ ਕੰਮ ਕਰਦੇ ਆ, ਉਹ ਦੱਸਦੇ ਆ ਵੀ ਹਮਾਰੇ ਪਾਸ ਤਾਂ ਹਾਂ ਜ਼ਮੀਨ ਬਹੁਤ ਹੈ, ਲੇਕਿਨ ਉਹ ਉੱਥੇ ਭਾਅ ਹੀ ਨਹੀਂ ਮਿਲਦਾ। ਕਾਰਨ ਕੀ? ਮੰਡੀਆਂ ਬੇਸ਼ੱਕ ਉੱਥੇ ਵੀ ਹੈਗੀਆਂ 1-2 ਥਾਵਾਂ ਤੇ, ਇੰਨੀਆਂ ਪੱਕੀਆਂ ਮੰਡੀਆਂ ਨਹੀਂ ਜਿੰਨਾ ਇਨਫਰਾਸਟ੍ਰਕਚਰ ਮੰਡੀਆਂ ਦਾ, ਜਿੰਨਾ ਬੁਨਿਆਦੀ ਢਾਂਚਾ ਮੰਡੀਆਂ ਦਾ ਪੰਜਾਬ ਔਰ ਹਰਿਆਣੇ ਦੇ ਵਿੱਚ ਹੈ ਨਾ, ਉਹਨਾਂ ਕਿਤੇ ਵੀ ਹੈ ਨਹੀਂ। ਪੰਜਾਬ ਦਾ ਮੰਡੀ ਬੋਰਡ ਤੇ ਬਹੁਤ ਵਧੀਆ ਬੋਰਡ ਗਿਣਿਆ ਜਾਂਦਾ ਤੇ ਹੋਰ ਬਹੁਤ ਕੰਮ ਕਰਦੇ ਰਹੇ ਆ। ਇਹ ਹੁਣ ਜੋ ਇਹਨਾਂ ਦੇ ਕਰਨ ਜਾ ਰਹੀ ਆ, ਇਹ ਜਿਹੜੇ ਸਟੇਟਾਂ ਨੂੰ ਮੰਡੀਆਂ 'ਚੋਂ ਆਮਦਨ ਹੁੰਦੀ ਸੀ ਘੱਟੋ ਘੱਟ 8-9% ਤੱਕ ਇਹਨਾਂ ਨੂੰ ਮਿਲ ਜਾਂਦਾ ਸੀਗਾ, ਤੇ ਜੇ ਉਹ 8-9% ਮਿਲਦਾ ਸੀ ਤਾਂ ਉਹ ਰਾਜ ਸਰਕਾਰਾਂ ਮੰਡੀਆਂ ਤੇ ਖਰਚ ਕਰਦੀਆਂ ਸੀ। ਜਦੋਂ ਰੂਰਲ ਜਿਹੜੀ ਪੇਂਡੂ ਸੜਕਾਂ ਸੀ ਉਹਨਾਂ ਤੇ ਖਰਚ ਕਰਦੀਆਂ ਸੀ, ਮੰਡੀਆਂ ਦੇ ਫੜ ਵਗੈਰਾ ਬਣਾਉਣੀਆਂ, ਬਾਰਦਾਨੇ, ਕਈ ਕੁਛ ਉਹਦੇ 'ਚ ਹੋ ਜਾਂਦਾ, ਜਿਹੜਾ ਕਿ ਸਾਰਾ ਪ੍ਰਬੰਧ ਸਟੇਟ ਸਰਕਾਰ ਦਾ ਹੁੰਦਾ ਸੀ। ਹੁਣ ਜਦੋਂ ਇਹਨਾਂ ਨੇ ਉਹ ਤੋੜ ਦੇਣੀ ਆ, ਕੇਂਦਰ ਦਾ ਸਿੱਧਾ ਦਖਲ ਹੋ ਜਾਣਾ, ਵਿੱਚੋਂ ਸਟੇਟ ਨਿਕਲ ਗਿਆ। ਇਸੇ ਕਰਕੇ ਰੌਲਾ ਆ ਵੀ ਜਿਹੜੇ ਜ਼ਿਆਦਾਤਰ ਰਾਜ ਆਪਣੇ ਪੰਜਾਬ ਤੇ ਹਰਿਆਣਾ ਦੇ ਆ, ਇਹ ਕਿਸਾਨ ਇਸੇ ਕਰਕੇ ਰੌਲਾ ਪੈ ਰਿਹਾ ਵੀ ਜੇ ਇਸ ਮੰਡੀਕਰਨ ਦੇ ਨਾਲ ਕੱਲਾ ਕਿਸਾਨ ਨਹੀਂ ਜੁੜਿਆ ਘੱਟੋ ਘੱਟ 3-4 ਲੱਖ ਜਿਹੜਾ ਮਜ਼ਦੂਰ ਵੀ ਜੁੜਿਆ ਆ, ਉਹਦੇ ਨਾਲ ਆੜਤੀ ਵੀ ਜੁੜੇ ਆ, ਉਹਦੇ ਨਾਲ ਟਰਾਂਸਪੋਰਟਰ ਵੀ ਜੁੜੇ ਆ। ਤੇ ਜੇ ਵੱਡੇ ਘਰਾਣੇ ਨੇ ਸਿੱਧੀ ਖੇਤਾਂ 'ਚ ਜਾ ਕੇ ਕਿਸਾਨਾਂ ਤੋਂ ਚੱਕ ਲੈਣੀ ਫਸਲ, ਉੱਥੇ ਮਜ਼ਦੂਰ ਦਾ ਕੰਮ ਵੀ ਖਤਮ ਹੋ ਗਿਆ, ਟਰਾਂਸਪੋਰਟੇਸ਼ਨ ਦਾ ਕੰਮ ਵੀ ਖਤਮ ਹੋ ਗਿਆ, ਆੜਤੀ ਵੀ ਖਤਮ ਹੋ ਗਏ। ਜਦ ਕਿ ਕਿਸਾਨਾਂ ਦਾ ਜਿਹੜਾ ਸਿੱਧਾ ਰਾਬਤਾ ਹਮੇਸ਼ਾ ਆੜਤੀਆਂ ਨਾਲ ਹੀ ਰਿਹਾ ਆ। ਜਦੋਂ ਕਿਤੇ ਕੋਈ ਉਹਨਾਂ ਦਾ ਪ੍ਰੋਗਰਾਮ ਕਰਨਾ, ਜਦੋਂ ਕਿਤੇ ਲੋੜ ਪਈ, ਆੜਤੀਆਂ ਕੋਲੋਂ ਝੱਟ ਫੜ ਲਿਆਉਂਦੇ ਸੀ। ਇੱਕ ਕਿਸਮ ਦਾ ਉਹਨਾਂ ਦਾ ਇੱਕ ਮਿੰਨੀ ਬੈਂਕ ਸੀਗੀ ਜਿਹਨੂੰ ਕਹੀਏ। ਤੇ ਜੇ ਹੁਣ ਉਹ ਉਹਨਾਂ ਦਾ ਜਦੋਂ ਸੰਬੰਧ ਹੀ ਟੁੱਟ ਗਿਆ, ਉਹਨੂੰ ਖਤਮ ਹੀ ਕਰਤਾ, ਤੇ ਕਿਸਾਨ ਨੂੰ ਲੋੜ ਪਊਗੀ ਤਾਂ ਉਹ ਵੱਡੇ ਵਪਾਰੀ ਕੋਲ ਜਾ ਕੇ ਲਊਗਾ। ਦੂਸਰੀ ਗੱਲ ਇਹ ਆ, ਇਹ ਕਹਿੰਦੇ ਆ ਵੀ 80% ਜਿਹੜੇ ਛੋਟੇ ਕਿਸਾਨ ਆ ਜਿਨ੍ਹਾਂ ਨੂੰ MSP ਦਾ ਲਾਭ ਨਹੀਂ ਮਿਲਦਾ, ਤੇ ਗਾਹਾਂ ਕਿਹੜਾ ਮਿਲਣਾ ਜੀ। ਛੋਟਾ ਕਿਸਾਨ ਹੈ, ਜੇ ਇਹਦੇ ਕੋਲ ਫਸਲ ਹੀ ਥੋੜੀ ਹੋਊਗੀ ਤੇ ਉਹਦੀ ਫਸਲ ਵੱਡਾ ਵਪਾਰੀ ਚੱਕੂਗਾ ਹੀ ਨਹੀਂ, ਉਹ ਤਾਂ ਸਿੱਧਾ 100-200 ਕੁਇੰਟਲ ਤੋਂ ਘੱਟ ਤੱਕ ਹੱਥ ਨਹੀਂ ਪਾਊਗਾ। ਤੇ ਜੇ ਉਹਦੀ ਫਸਲ ਉਦੋਂ ਵੀ ਨਾ ਵਿਕੀ ਤਾਂ ਫਾਇਦਾ ਤਾਂ ਉਹਨੂੰ ਉਦੋਂ ਵੀ ਨਹੀਂ ਹੋਣਾ।
ਜੀ ਇਸੇ ਕਰਕੇ ਆਪੇ ਇਹਨਾਂ ਨੂੰ ਜਿਹੜੇ ਇਸ ਸ਼ੰਕੇ ਸੀ ਕਿਸਾਨਾਂ ਦੇ, ਉਹ ਇਹਨਾਂ ਨੂੰ ਖਤਮ ਕਰਨੇ ਚਾਹੀਦੇ ਸੀਗੇ। ਉਹਨਾਂ ਨੂੰ ਭਰੋਸੇ 'ਚ ਲੈ ਕੇ ਉਹਨਾਂ ਨਾਲ ਗੱਲਬਾਤ ਕਰਕੇ ਜੇ ਉਹਦੇ ਵਿੱਚ ਕੁਝ ਤਰਮੀਮ ਕਰਨੀ ਬਣਦੀ ਸੀ ਤਾਂ ਕਰਨੀ ਚਾਹੀਦੀ ਸੀਗੀ। ਜੇ ਕਿਸੇ ਸਿਲੈਕਟ ਕਮੇਟੀ ਨੂੰ ਭੇਜਣ ਦੀ ਮੰਗ ਬਹੁਤ ਉੱਠੀ ਆ ਦੋਨਾਂ ਸਦਨਾਂ 'ਚ, ਜੇ ਉਹ ਸਿਲੈਕਟ ਕਮੇਟੀ ਨੂੰ ਭੇਜਦੇ ਉਹਦੇ ਵਿੱਚ ਕੁਛ ਨਾ ਕੁਛ ਉਹਦੇ ਤੇ ਇਤਰਾਜ਼ ਲਾ ਕੇ ਭੇਜਦੇ ਵੀ ਆਹ ਤੁਹਾਡੀ ਮਦ ਜਿਹੜੀ ਆ ਇਹ ਕੱਢੀ ਜਾ ਸਕਦੀ ਆ, ਜਾਂ ਇਹਦੇ ਵਿੱਚ ਆਹ ਮਦ ਜਿਹੜੀ ਐਡ ਕੀਤੀ ਜਾ ਸਕਦੀ ਆ। ਕੁੱਲ ਮਿਲਾ ਕੇ ਕਿਸਾਨਾਂ ਨੂੰ ਭਰੋਸੇ 'ਚ ਲਿਆ ਜਾਂਦਾ ਤਾਂ ਹੋ ਸਕਦਾ ਅੱਜ ਇਹ ਜਿਹੜਾ ਪ੍ਰਦਰਸ਼ਨਾਂ ਦਾ ਰੂਪ ਨਾ ਦੇਖਣਾ ਪੈਂਦਾ ਜੀ। ਮਿਲਦੇ ਹਾਂ ਜੀ ਇਸੇ ਪ੍ਰੋਗਰਾਮ ਵਿੱਚ ਇੱਕ ਬ੍ਰੇਕ ਤੋਂ ਬਾਅਦ। ਇਸੇ ਤਰ੍ਹਾਂ ਦੀ ਹੋਰ ਚਰਚਾ ਜਾਰੀ ਰਹੇਗੀ। ਸਵਾਗਤ ਹੈ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਵਿਚਾਰ ਚਰਚਾ ਤੇ ਪੰਜਾਬੀ ਨੈਸ਼ਨਲ ਟੀਵੀ ਤੇ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਹਾਜ਼ਰ ਨੇ ਸਰਦਾਰ ਅਵਤਾਰ ਸਿੰਘ ਜੀ ਸ਼ੇਰਗਿੱਲ। ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ। ਧੰਨਵਾਦ ਜੀ। ਅਸੀਂ ਗੱਲ ਕਰਦੇ ਸੀਗੇ ਕਿ ਐਮਐਸਪੀ ਜਿਹੜੀ ਆ ਪਹਿਲਾਂ ਅਨਾਉਂਸ ਕਰ ਦਿੱਤੀ ਤੇ ਇਸੇ ਨਾਲ ਹੀ ਜੁੜੀ ਗੱਲ ਸੀ ਕਿ ਜਦੋਂ ਇਸ ਬਿੱਲ ਨੂੰ ਕੱਲ ਜਾਂ ਉਸ ਤੋਂ ਇੱਕ ਦਿਨ ਪਹਿਲਾਂ ਰਾਜ ਸਭਾ 'ਚ ਪੇਸ਼ ਕੀਤਾ ਗਿਆ, ਹਫੜਾ ਦਫੜੀ 'ਚ ਪਾਸ ਕਰਵਾ ਲਿਆ ਗਿਆ ਤੇ ਉੱਥੇ ਕੁਝ ਜਿਹੜੇ ਸੰਸਦ ਮੈਂਬਰ ਸੀਗੇ ਸਾਡੇ, ਉਹਨਾਂ ਨੇ ਬਹੁਤ ਜਾਬਤੇ ਤੋਂ ਬਾਹਰ ਹੋ ਕੇ ਤੁਸੀਂ ਕਹਿ ਸਕਦੇ ਆ ਕਿ ਗੁੱਸੇ 'ਚ ਆ ਕੇ ਕੁਝ ਪ੍ਰਦਰਸ਼ਨ ਕੀਤਾ ਜਾਂ ਕੁਝ ਚੀਜ਼ਾਂ ਗਲਤ ਕੀਤੀਆਂ ਤੇ ਉਹਨਾਂ ਨੂੰ ਸ਼ਾਇਦ ਸਸਪੈਂਡ ਕਰ ਦਿੱਤਾ ਗਿਆ। ਉਹ ਸਾਰੀ ਗੱਲਬਾਤ ਕਿਵੇਂ ਆ? ਦੇਖੋ ਜੀ, ਜੋ ਰਾਜ ਸਭਾ ਦੇ ਵਿੱਚ ਹੰਗਾਮਾ ਹੋਇਆ ਇਹਨਾਂ ਬਿੱਲਾਂ ਨੂੰ ਲੈ ਕੇ, ਉਹਨੂੰ ਆਪਾਂ ਕਿਸੇ ਤਰੀਕੇ ਨਾਲ ਜਾਇਜ਼ ਠਹਿਰਾਣਾ ਉਚਿਤ ਤਾਂ ਨਹੀਂ ਹੋਵੇਗਾ ਜੀ ਬਿਲਕੁਲ। ਪਰ ਵਿਰੋਧ ਦਰਸਾਉਣ ਦਾ ਜਿਹੜਾ ਕਈ ਤਰੀਕੇ ਹੁੰਦੇ ਆ। ਜੇ ਆਪਾਂ ਉਹ ਕਹੀਏ ਵੀ ਸਿਆਣੇ ਬੰਦੇ ਜਿਹੜੇ ਐਮਪੀ ਲੈਵਲ ਦੇ ਐਮਪੀ ਬੰਦੇ ਚੁਣ ਕੇ ਆਏ, ਲੋਕਾਂ ਨੇ ਉਹਨਾਂ ਨੂੰ ਸਿਆਣੇ ਬੰਦੇ ਸਮਝ ਕੇ ਚੁਣ ਕੇ ਭੇਜਿਆ, ਆਪਣੀ ਪ੍ਰਤੀਨਿਧਤਾ ਕਰ ਲਈ ਵੀ ਸਾਡੀ ਗੱਲ ਕਰਨਗੇ। ਔਰ ਰਾਜ ਸਭਾ ਜਿਹੜੀ ਉਹ ਲੋਕ ਸਭਾ ਤੋਂ ਅੱਪਰ ਹਾਊਸ ਆ, ਉੱਥੇ ਹੋਰ ਸਿਆਣੇ ਮੰਨੇ ਜਾਂਦੇ ਵੀ ਰਾਜ ਸਭਾ ਵਾਲੇ ਹੋਰ ਸਿਆਣੇ ਹੁੰਦੇ ਆ। ਪਰ ਜੋ ਕੁਛ ਉਸ ਵੇਲੇ ਦ੍ਰਿਸ਼ ਦੇਖਣ ਨੂੰ ਮਿਲਿਆ ਵੀ ਉਪ ਸਭਾਪਤੀ ਦੇ ਕੋਲ ਚਲੇ ਗਿਆ, ਉੱਥੇ ਰੂਲ ਬੁੱਕ ਹੀ ਪਾੜਤੀ ਜੀ, ਫਿਰ ਮਾਈਕ ਤੱਕ ਤੋੜਨ ਦੀ ਕੋਸ਼ਿਸ਼ ਕੀਤੀ, ਮਾਈਕ ਦੀਆਂ ਤਾਰਾਂ ਤੋੜਤੀਆਂ ਜੀ। ਇਹ ਸਾਰਾ ਕੁਝ ਤਾਂ ਇੱਕ ਸਕੂਲ ਦੇ ਕਲਾਸਰੂਮ ਦੇ ਵਿੱਚ ਬੱਚਿਆਂ ਦੇ ਕੋਲੋਂ ਆਪਾਂ ਸੁਣਦੇ ਰਹੇ ਵੀ ਜਿੰਨਾ ਚਿਰ ਤਾਂ ਅਧਿਆਪਕ ਨਹੀਂ ਆਉਂਦਾ ਬੱਚੇ ਬਹੁਤ ਸ਼ੋਰ ਸ਼ਰਾਬਾ ਕਰਦੇ ਹੁੰਦੇ ਆ। ਜਿਹੜਾ ਚੇਅਰਮੈਨ ਉਪ ਚੇਅਰਮੈਨ ਹੁੰਦਾ ਉਹ ਵੀ ਇੱਕ ਅਧਿਆਪਕ ਵਾਂਗੂ ਹੀ ਆ, ਉਹ ਵੀ ਉਹਨਾਂ ਨੇ ਕੰਟਰੋਲ ਕਰਦਾ, ਹੈਡ ਆਫ ਦੀ ਹਾਊਸ ਆ। ਹਾਂ, ਕਮ ਟੂ ਦੀ ਪੁਆਇੰਟ, ਉਹ ਬਾਰ-ਬਾਰ ਉਹਨਾਂ ਨੂੰ ਇਸ ਤਰੀਕੇ ਨਾਲ ਗਾਈਡ ਕਰਦਾ ਰਹਿੰਦਾ ਔਰ ਉਹ ਉਸ ਆਨਰੇਬਲ ਮਾਣਯੋਗ ਸਪੀਕਰ ਦੀ ਕੁਰਸੀ ਨੂੰ ਹੀ ਸੰਬੋਧਿਤ ਹੁੰਦੇ ਆ। ਬਿਲਕੁਲ ਉਹੀ ਕੰਮ ਕਲਾਸ ਦੇ ਵਿੱਚ ਅਧਿਆਪਕ ਹੁੰਦਾ ਆ। ਜਿੰਨਾ ਚਿਰ ਆਉਂਦਾ ਨਹੀਂ ਬੱਚੇ ਬੜੇ ਰੌਲਾ ਪਾਉਂਦੇ ਆ, ਕੁਛ ਨਾ ਕੁਛ ਤੋੜ ਭੰਨ ਛੱਡਦੇ ਆ। ਜਦੋਂ ਅਧਿਆਪਕ ਆ ਜਾਂਦਾ ਚੁੱਪ ਕਰ ਜਾਂਦੇ। ਪਰ ਇਹ ਤਾਂ ਅਧਿਆਪਕ ਦੇ ਹੁੰਦੇ ਹੀ ਇੰਨਾ ਕੁਛ ਕਰ ਗਏ ਜੀ। ਪਹਿਲਾਂ ਵੀ ਹੁੰਦੇ ਰਹੇ ਹੰਗਾਮਾ, ਇਦਾਂ ਦੇ ਨਹੀਂ ਹੋਇਆ। ਵੈਲ ਦੇ ਵਿੱਚ ਤਾਂ ਬਹੁਤ ਆਉਂਦੇ ਰਿਹਾ, ਕਾਫੀ ਕੁਛ ਹੁੰਦਾ ਰਿਹਾ। ਪਰ ਜਿਹੜਾ ਪਰਸੋਂ ਦੇਖਣ ਨੂੰ ਮਿਲਿਆ ਇਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਘਟਨਾ ਕਹਿ ਸਕਦੇ ਵੀ ਰਾਜ ਸਭਾ ਦੇ ਵਿੱਚ ਇਸ ਤਰੀਕੇ ਨਾਲ ਉਹ ਸੰਸਦ ਮੈਂਬਰਾਂ ਦਾ ਉੱਥੇ ਤੱਕ ਪਹੁੰਚ ਜਾਣਾ, ਉਸ ਲੈਵਲ ਤੱਕ ਪਹੁੰਚ ਜਾਣਾ ਬਹੁਤ ਵੱਡੀ ਗੱਲ ਸੀਗੀ। ਅਸੀਂ ਅਕਸਰ ਇਹ ਗੱਲ ਕਰਦੇ ਸੁਣਦੇ ਆ ਪਿਛਲੇ 10 15 20 ਸਾਲਾਂ ਤੋਂ ਕਿ ਲੋਕਤੰਤਰ ਪ੍ਰਣਾਲੀ ਦੀ ਜਿਹੜੀ ਸ਼ਾਨ ਆ ਉਹ ਘਟਦੀ ਪਈ ਆ। ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਸਾਹਿਬਾਨ ਨੇ ਉਹ ਸੱਭਿਅਕ ਵਿਵਹਾਰ ਨਹੀਂ ਕਰਦੇ। ਬਹੁਤ ਸਾਰੀਆਂ ਵਿਧਾਨ ਸਭਾ ਵਿੱਚ ਵੀ ਇਦਾਂ ਦਾ ਹੁੰਦਾ ਰਿਹਾ ਤੇ ਹੁਣ ਇਹ ਰਾਜ ਸਭਾ 'ਚ ਸ਼ਾਇਦ ਹੋਇਆ ਤੇ ਉਹ ਬੜਾ ਗਲਤ ਆ। ਮੈਂ ਇੱਕ ਹੋਰ ਗੱਲ ਇਸੇ ਮੁੱਦੇ ਦੇ ਉੱਤੇ ਕਿਸੇ ਹੋਰ ਇੱਕ ਇੰਟਰਵਿਊ ਨੂੰ ਪੜ੍ਹਦਾ ਪਿਆ ਸੀ, ਇੱਕ ਲੇਖ ਨੂੰ। ਉਹਦੇ 'ਚ ਬੜੇ ਵਿਦਵਾਨ ਬੰਦੇ ਨੇ ਇਸ ਗੱਲ ਨੂੰ ਦੱਸਿਆ ਕਿ ਇਹ ਜਿਹੜਾ ਆਰਡੀਨੈਂਸ ਜਿਹੜੇ ਲਿਆਂਦੇ ਨੇ ਖੇਤੀ ਨੂੰ ਕੰਟਰੋਲ ਕਰਨ ਲਈ ਜਾਂ ਕਿਸਾਨਾਂ ਤੋਂ ਜ਼ਮੀਨਾਂ ਨੂੰ ਹਥਿਆਉਣ ਲਈ, ਇਹਦੇ ਵਿੱਚ ਕੁਝ ਅੰਤਰਰਾਸ਼ਟਰੀ ਸੰਸਥਾਵਾਂ ਵੀ ਕੰਮ ਕਰ ਰਹੀਆਂ। ਉਹਨਾਂ ਨੇ ਤੇ ਬਿਲਕੁਲ ਦੱਸਿਆ ਕਿ ਵਰਲਡ ਬੈਂਕ ਨੇ 90ਵਿਆਂ ਦੇ ਵਿੱਚ ਭਾਰਤ ਸਰਕਾਰ ਨੂੰ ਇੱਕ ਰਿਪੋਰਟ ਭੇਜੀ ਸੀ। ਉਹਦੇ 'ਚ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਜਿਹੜੀ ਜ਼ਮੀਨ ਆ ਉਹ ਇੱਕ ਉਤਪਾਦਕ ਇਕਾਈ ਆ ਤੇ ਜ਼ਮੀਨ ਦੇ ਉੱਤੇ ਬਹੁਤ ਸਾਰੇ ਲੋਕ ਕਾਬਜ਼ ਨੇ ਜਿਹੜੇ ਕਿ ਗੈਰ ਹੁਨਰਮੰਦ ਨੇ ਤੇ ਉਹਨਾਂ ਦੀ ਇਹ ਮੰਗ ਸੀ, ਸਖਤ ਮੰਗ ਸੀ ਭਾਰਤ ਸਰਕਾਰ ਨੂੰ ਉਸ ਵਰਲਡ ਬੈਂਕ ਵੱਲੋਂ ਕਿ ਜ਼ਮੀਨ ਨੂੰ ਵੱਧ ਤੋਂ ਵੱਧ ਲੋਕਾਂ ਤੋਂ ਖਾਲੀ ਕਰਵਾਇਆ ਜਾਵੇ, ਇਹਨਾਂ ਲੋਕਾਂ ਨੂੰ ਹੋਰ ਕਿੱਤਿਆਂ ਵਿੱਚ ਲਾਇਆ ਜਾਵੇ ਜਾਂ ਇਹਨਾਂ ਨੂੰ ਸਿਖਲਾਈ ਦਿੱਤੀ ਜਾਵੇ ਇਹੋ ਜਿਹੀ ਤਾਂ ਕਿ ਇਹ ਖੇਤੀ ਦੇ ਮੋਹ ਤੋਂ ਬਾਹਰ ਆਉਣ ਤੇ ਇਸ ਜਿਹੜੀ ਖੇਤੀ ਆ ਉਹਨੂੰ ਉਤਪਾਦਕ ਇਕਾਈਆਂ ਵਿੱਚ ਜਾਂ ਉਦਯੋਗਿਕ ਇਕਾਈਆਂ 'ਚ ਵਰਤਿਆ ਜਾਵੇ। ਕਿ ਇਹੋ ਜਿਹੀ ਵੀ ਕੋਈ ਘਟਨਾ ਹੋ ਸਕਦੀ ਹੈ। ਤੇ ਉਹ ਲੇਖਕ ਦਾ ਇਹ ਵੀ ਕਹਿਣਾ ਸੀ ਕਿ ਪਿਛਲੀਆਂ 2-3 ਸਰਕਾਰਾਂ, ਚਾਹੇ ਉਹ ਮਨਮੋਹਨ ਸਿੰਘ ਦੀਆਂ 2 ਸਰਕਾਰਾਂ ਸੀ, ਚਾਹੇ ਉਹ ਵਾਜਪਾਈ ਸਾਹਿਬ ਦੀ ਸਰਕਾਰ ਸੀ ਜਾਂ ਹੋਰ ਛੋਟੀਆਂ ਸਰਕਾਰਾਂ ਸੀ, ਉਹ ਇਸ ਕੰਮ ਨੂੰ ਅਮਲੀ ਜਾਮਾ ਪਹਿਨਾਉਣ 'ਚ ਬਹੁਤੀਆਂ ਕਾਮਯਾਬ ਨਹੀਂ ਰਹੀਆਂ। ਵਰਲਡ ਬੈਂਕ ਦਾ ਇਹ ਮੰਨਣਾ ਸੀ ਕਿ ਜੇ ਸਰਕਾਰ ਸਹੀ ਤਰੀਕੇ ਨਾਲ ਕੰਮ ਕਰੇ ਤੇ ਪਿਛਲੇ ਕੁਝ ਸਾਲਾਂ ਦੇ ਵਿੱਚ ਹੀ ਭਾਰਤ ਦੀ ਜਿਹੜੀ 35 ਤੋਂ 40 ਕਰੋੜ ਆਬਾਦੀ ਆ ਉਹਨੂੰ ਪਿੰਡਾਂ ਤੋਂ ਸ਼ਹਿਰਾਂ ਤੱਕ ਲਿਆਂਦਾ ਜਾਵੇ। ਮੋਦੀ ਸਰਕਾਰ, ਇਹ ਵਾਲੀ ਸਰਕਾਰ ਜਿਹੜੀ ਭਾਜਪਾ ਦੀ ਸਰਕਾਰ ਜਦੋਂ ਤੋਂ ਆਈ ਆ, ਇਹਨਾਂ ਨੇ ਬਹੁਤ ਚੰਗੇ ਤਰੀਕੇ ਨਾਲ ਉਸ ਰਿਪੋਰਟ ਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਉਹ ਇਸ ਗੱਲ ਲਈ ਜਦੋਜਹਿਦ ਕਰ ਰਹੇ ਨੇ ਕਿ ਉਹ ਜਲਦੀ ਇਸ ਕੰਮ ਨੂੰ ਅੰਜਾਮ ਦੇਣਗੇ। ਕੀ ਇਹਦੇ ਵਿੱਚ ਕੁਝ ਹੈ ਇਦਾਂ ਦੀ ਕੋਈ ਘਟਨਾ, ਕੋਈ ਗੱਲਬਾਤ? ਸਾਡੇ ਦੇਖੋ, ਇਹਦੇ ਵਿੱਚ ਆਪਾਂ ਜੇ ਕਹੀਏ ਤਾਂ ਕਿਸਾਨੀ ਦਾ ਇੱਕ ਉਦਯੋਗੀਕਰਨ ਵੀ ਕਹਿ ਸਕਦੇ ਤੇ ਵਪਾਰੀਕਰਨ ਵੀ ਕਹਿ ਸਕਦੇ ਹਾਂ ਜੀ। ਵੀ ਵਪਾਰੀ ਲੈਵਲ ਤੱਕ ਚੱਲ ਜਾਣਾ ਪਏ ਇਹਨੂੰ, ਜਿੱਥੋਂ ਤੱਕ ਪ੍ਰਧਾਨ ਮੰਤਰੀ ਕਹਿ ਰਹੇ ਪਏ ਮੈਂ 21ਵੀਂ ਸਦੀ ਦਾ ਹਾਣ ਦਾ ਬਣਾਉਣਾ ਕਿਸਾਨ
ਜੀ ਹੁਣ 21ਵੀਂ ਸਦੀ ਦੇ ਹਾਣ ਦਾ ਕਿਸਾਨ ਬਣਾਉਣਾ, ਜਿਹਨੇ ਹਲ ਜੋ ਹਮੇਸ਼ਾ ਚਲਾਉਣਾ ਜਾਂ ਛੋਟੀ ਮੋਟੀ ਚੀਜ਼ਾਂ ਆਪਣੇ ਉੱਥੇ ਚਲਾਉਣ ਨੂੰ ਹਜੇ ਸਿੱਖਿਆ, ਗਾਹਾਂ ਨਵੀਂ ਟੈਕਨੋਲੋਜੀ ਜਿਹਨੂੰ ਪਤਾ ਨਹੀਂ, ਉਹ ਨਵੀਂ ਟੈਕਨੋਲੋਜੀ ਤਾਂ ਫਿਰ ਵਪਾਰੀਕਰਨ ਕਰਕੇ ਹੀ ਆਊਗੀ। ਜਿਹੜੀ ਤੁਸੀਂ ਆਹ ਗੱਲ ਕੀਤੀ ਆ ਵਰਲਡ ਬੈਂਕ ਵਾਲੀ, ਇਹ ਭਾਰਤ ਜਿਹੜਾ ਆ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹੜਾ WTO ਦਾ ਹਸਤਾਖਰੀ ਆ ਜੀ, ਉਹਨਾਂ ਦੀ ਵੀ ਇਹ ਕੋਸ਼ਿਸ਼ ਰਹੀ ਹੈ, ਕਿਉਂਕਿ 97 ਤੋਂ ਬਾਅਦ ਇਹਨਾਂ ਨੇ ਵਿਦੇਸ਼ਾਂ ਤੋਂ, ਖਾਸ ਕਰ ਅਮਰੀਕਾ ਤੋਂ ਕਣਕ ਆਉਂਦੀ ਸੀ, ਉਹ ਆਉਣੀ ਬੰਦ ਕਰ ਦਿੱਤੀ ਸੀਗੀ ਵੀ ਸਾਡੇ ਕੋਲ ਆਪਣੀ ਹੁਣ ਬਹੁਤ ਆ, ਇਹ ਐਕਸਪੋਰਟ ਕਰਨ ਲੱਗ ਪਏ ਸੀਗੇ ਜੀ। ਹੁਣ ਜੇ ਉਧਰ ਦੇਖੀਏ ਤਾਂ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਕਣਕ ਪੈਦਾ ਹੁੰਦੀ ਆ, ਪਰ ਉੱਥੇ ਖਪਤ ਹੈ ਨਹੀਂ ਜੀ, ਉਹਨਾਂ ਲਈ ਵੀ ਇੱਕ ਕਿਸਮ ਨਾਲ ਮੰਡੀ ਬੰਦ ਹੋ ਗਈ ਸੀ। ਹੁਣ ਜਦੋਂ ਵਿਸ਼ਵ ਜਿਹੜਾ ਆਰਗੇਨਾਈਜੇਸ਼ਨ ਹੈ, ਵਪਾਰ ਸੰਗਠਨ ਆ, ਉਹ ਇਹੀ ਚਾਹੁੰਦਾ ਆ ਵੀ ਜਿਹੜਾ ਭਾਰਤ ਆ ਇਹ ਖੁੱਲੀ ਵਪਾਰ ਮੰਡੀ ਬਣ ਜਾਏ ਜੀ। ਇਹ ਸਾਰਾ ਕੁਝ ਖੁੱਲੀ ਵਪਾਰ ਮੰਡੀ ਨੂੰ ਹੀ ਮੁੱਖ ਰੱਖ ਕੇ ਕੀਤਾ ਜਾ ਰਿਹਾ, ਤਾਂ ਕਿ ਇਹ ਸਾਰਾ ਉਦਾਰੀਕਰਨ ਵੱਲ ਜਾਵੇ ਵੀ ਜਿੰਨੇ ਵਿਦੇਸ਼ਾਂ ਦੇ ਵਿੱਚ ਜੇ ਹੋਰ ਦੇਸ਼ਾਂ ਦੇ ਹੈਗੇ ਆ, ਉਹ ਆਪਣਾ ਸਮਾਨ ਵੇਚਣ ਵੀ ਇੱਥੇ ਲਿਆ ਕੇ, ਫਸਲ ਤੱਕ ਵੀ ਵੇਚਣ, ਫਸਲ ਲੈ ਵੀ ਸਕਦੇ ਆ। ਕੁੱਲ ਮਿਲਾ ਕੇ ਜੇ ਕਿਸਾਨਾਂ ਨੂੰ ਦੇਖਿਆ ਜਾਵੇ ਤਾਂ ਜਿਹੜੀ ਤੁਸੀਂ ਗੱਲ ਕੀਤੀ ਆ ਵੀ 40 ਕਰੋੜ ਲੋਕਾਂ ਨੂੰ ਪਿੰਡਾਂ 'ਚੋਂ ਚੱਕ ਕੇ ਸ਼ਹਿਰਾਂ ਵੱਲ ਲਿਜਾਣਾ, ਮੈਨੂੰ ਨਹੀਂ ਲੱਗਦਾ ਵੀ ਕਿਸਾਨੀ ਦਾ ਮੂੰਹ ਜਿਹੜਾ ਆ ਉਹ ਜਿਹੜੇ ਪਹਿਲੀ ਪੀੜ੍ਹੀ ਆ ਹੁਣ ਦੀ, ਉਹਨਾਂ ਦਾ ਤਾਂ ਨਹੀਂ ਟੁੱਟਣਾ। ਅਗਲੀ ਪੀੜ੍ਹੀ ਵਾਲਾ ਉਹ ਹਜੇ ਤੱਕ ਇਹਨਾਂ ਦੇ ਮੋਹ ਦੇ ਜਾਲ 'ਚ ਹਜੇ ਕਿਸਾਨੀ ਵਾਲ ਨੂੰ ਫਸਿਆ ਨਹੀਂ, ਕਿਉਂਕਿ ਆਪਾਂ ਆਪ ਹੀ ਉਹਨਾਂ ਨੂੰ ਤੋੜੀ ਜਾ ਰਹੇ ਹਾਂ। ਕਿਸਾਨੀ ਪੱਖੋਂ ਜੇ ਆਪਾਂ ਦੇਖੀਏ, ਪਰਿਵਾਰ ਦੇ ਵਿੱਚ ਬੱਚਿਆਂ ਨੂੰ ਕਿਸਾਨੀ ਬਾਰੇ ਹਜੇ ਮੈਨੂੰ ਲੱਗਦਾ 10% ਬੱਚਿਆਂ ਨੂੰ ਸ਼ਾਇਦ ਜਾਂ 20 ਹੋਊਗਾ ਜਿਨ੍ਹਾਂ ਨੂੰ ਪਤਾ ਹੋਊਗਾ, ਨਹੀਂ ਤਾਂ ਸਾਡੀ ਕੋਸ਼ਿਸ਼ ਹਮੇਸ਼ਾ ਇਹ ਰਹੀ ਵੀ ਬੱਚਿਆਂ ਨੂੰ ਇੱਥੇ ਸਾਡਾ ਫਿਊਚਰ ਹੈ ਨਹੀਂ, ਇਹਨਾਂ ਨੂੰ ਬਾਹਰ ਭੇਜਣਾ ਜੀ। ਤੇ ਜੇ ਉਹਨੂੰ ਕਿਸਾਨੀ ਬਾਰੇ ਜਾਣਕਾਰੀ, ਪਰ ਇਹ ਤੋਂ ਅਗਲੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਵੀ ਜਿਹੜੀ ਨਵੀਂ ਇੱਕ ਰਾਹਤ ਵਾਲੀ ਔਰ ਚੰਗੀ ਗੱਲ ਆ, ਜਿਹੜੇ ਹੁਣ ਪ੍ਰਦਰਸ਼ਨ ਚੱਲ ਰਹੇ ਆ, ਇਹਦੇ ਵਿੱਚ ਹਰ ਥਾਂ ਤੇ ਤੁਹਾਨੂੰ ਨੌਜਵਾਨ ਵਰਗ ਅੱਗੇ ਆਇਆ ਦਿਸੂਗਾ। ਬਿਲਕੁਲ, ਇਹ ਬਹੁਤ ਅੱਛੀ ਗੱਲ ਹੈ। ਜਿੱਥੇ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਵੀ ਆਪਾਂ ਆਪਣੇ ਬੱਚਿਆਂ ਨੂੰ ਕਿਸਾਨੀ ਬਾਰੇ ਦੱਸਦੇ ਹੀ ਨਹੀਂ, ਬਹੁਤ ਜ਼ਿਆਦਾ ਫੀਸਦੀ ਬੱਚੇ ਜਿਹੜੇ ਆ ਉਹ ਕਿਸਾਨੀ ਬਾਰੇ ਉਹਨਾਂ ਨੂੰ ਪਤਾ ਨਹੀਂ ਜੀ। ਪਰ ਜਿਹੜੇ ਹੁਣ ਪ੍ਰਦਰਸ਼ਨਾਂ ਦੇ ਵਿੱਚ ਨੌਜਵਾਨ ਵਰਗ ਜਿਹੜਾ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ, ਇਹ ਤੋਂ ਇਹ ਲੱਗਦਾ ਵੀ ਉਹ ਵੀ ਇਹਦੇ ਵਿੱਚ ਇੰਟਰਸਟ ਲੈਣ ਲੱਗ ਪਿਆ ਆ, ਉਹਨੂੰ ਵੀ ਹੁਣ ਕਿਤੇ ਨਾ ਕਿਤੇ ਲੱਗਣ ਲੱਗ ਪਿਆ ਵੀ ਹਾਂ ਵੀ ਇਹ ਕਿਸਾਨੀ ਜਿਹੜਾ ਮਸਲਾ ਆ, ਇਹ ਤਾਂ ਦੇਸ਼ ਨੂੰ ਅਨਾਜ ਦੇਣ ਵਾਲਾ ਕਿਸਾਨ, ਤੇ ਜੇ ਉਹਦੇ ਨਾਲ ਧੱਕਾ ਹੋ ਰਿਹਾ, ਇਸੇ ਕਰਕੇ ਨੌਜਵਾਨ ਵਰਗ 'ਚ ਚੇਤਨਾ ਆਈ ਕਰਕੇ ਉਹ ਇਹਨਾਂ ਦੇ, ਨਹੀਂ ਤਾਂ ਅੱਗੇ ਆਪਾਂ ਜਦੋਂ ਦੇਖਦੇ ਹੁੰਦੇ ਸੀ ਪ੍ਰਦਰਸ਼ਨ ਦੇ ਵਿੱਚ ਤਾਂ ਸਿਆਣੇ ਉਮਰ ਦੇ ਜਿਹੜੇ ਬੰਦੇ ਹੁੰਦੇ ਸੀ ਕਿਸਾਨ, ਉਹੀ ਹੁੰਦੇ ਸੀ ਜਿਨ੍ਹਾਂ ਨੂੰ ਪਤਾ ਹੁੰਦਾ ਸੀ ਵੀ ਇਹਦਾ ਲਾਹਾ ਕੀ ਤੇ ਇਹਦਾ ਨੁਕਸਾਨ ਕੀ ਆ। ਤੇ ਜੇ ਹੁਣ ਨੌਜਵਾਨ ਵਰਗ ਨੂੰ ਇਹਦਾ ਸਮਝ ਲੱਗ ਗਈ ਵੀ ਕਿਸਾਨੀ ਦਾ ਕੀ ਨੁਕਸਾਨ ਹੋ ਰਿਹਾ ਜਾਂ ਸਰਕਾਰ ਸਾਡੇ ਨਾਲ ਕਿਸਾਨਾਂ ਨਾਲ ਕੀ ਕਰ ਰਹੀ ਆ, ਉਹ ਮੋਰੇ ਚੇਤਨਾ ਵਜੋਂ ਲੈ ਕੇ ਤੁਰ ਪਏ ਆ ਨੌਜਵਾਨ ਵਰਗ, ਤੇ ਇਹ ਇੱਕ ਬਹੁਤ ਵੱਡੀ ਗੱਲ ਔਰ ਅੱਛੀ ਗੱਲ ਹੈ, ਜਾਗਰੂਕਤਾ ਵਾਲੀ ਹੋਈ ਹੈ। ਬਿੱਲ ਪਾਸ ਹੋ ਗਏ ਨੇ, ਉਹ ਮੋੜਨ ਚਾਹੇ ਨਾ ਮੋੜਨ, ਪਰ ਜੇ ਕਿਸਾਨ ਜਾਗਰੂਕ ਹੋਏ ਨੇ ਤੇ ਉਹ ਕੁਝ ਨਾ ਕੁਝ ਆਪਣੇ ਲਈ ਜ਼ਰੂਰ ਢੰਗ ਦਾ ਕਰ ਸਕਦੇ। ਬਿੱਲ ਪਾਸ ਹੋਣ ਵਾਲੀ ਵੀ ਮੈਂ ਤੁਹਾਨੂੰ ਦੱਸ ਦਿੰਦਾ ਪਏ, ਇਹ ਇੰਨੀ ਕਾਹਲੀ 'ਚ ਆਰਡੀਨੈਂਸ ਲਿਆ ਕੇ ਕਾਹਲੀ ਜੇ ਪਾਸ ਕਰ ਦੇਣੇ, ਇਹ ਆਪਣੇ ਆਪ 'ਚ ਸਰਕਾਰ ਦੇ ਸਵਾਲ ਉੱਠਦੇ ਆ, ਕਿਉਂਕਿ ਲੋਕ ਸਭਾ ਦੇ ਵਿੱਚ ਤਾਂ ਇਹਨਾਂ ਦੀ ਗਿਣਤੀ ਪੂਰੀ ਸੀ ਭਾਜਪਾ ਵਾਲਿਆਂ ਦੀ, ਰਾਜ ਸਭਾ ਦੇ ਵਿੱਚ ਕਿਤੇ ਨਾ ਕਿਤੇ ਇਹ ਅੰਦੇਸ਼ਾ ਸੀਗਾ ਕਿ ਇਹਨਾਂ ਦੀ ਗਿਣਤੀ ਘਟ ਜਾਊਗੀ। ਪਰ ਉਸ ਦਿਨ ਕਿਉਂਕਿ ਕਰੋਨਾ ਦਾ ਦੌਰ ਚੱਲ ਰਿਹਾ, ਕਈ ਜਿਹੜੇ ਮੈਂਬਰ ਪਹੁੰਚ ਨਹੀਂ ਰਹੇ, ਕਈਆਂ ਦੀ ਸਿਹਤ ਖਰਾਬ ਆ, ਤੇ ਉਦੋਂ ਗਿਣਤੀ 19 ਕੁ ਸੀਗੀ। ਉਸ ਕਾਹਲੀ ਦੇ ਕਰਕੇ ਹੀ ਵਿਰੋਧ ਇਸ ਹੱਦ ਤੱਕ ਗਿਆ ਕਿ ਮੈਂਬਰਾਂ ਨੂੰ ਇਸ ਹੱਦ ਤੱਕ ਮੈਂਬਰ ਪਹੁੰਚੇ ਆ ਜਿਨ੍ਹਾਂ ਨੇ ਸਭਾਪਤੀ ਨਾਲ ਕੰਮ ਕੀਤਾ। ਹੁਣ ਉਹਨਾਂ ਨੂੰ ਤਾਂ 8 ਸੰਸਦ ਮੈਂਬਰਾਂ ਨੂੰ ਸਾਰੇ ਸੈਸ਼ਨ ਲਈ ਉਹਨਾਂ ਨੂੰ ਮੁਅੱਤਲ ਕਰਤਾ। ਉਹਨਾਂ ਦਾ ਹੁਣ ਉਸ ਮੁਅੱਤਲੀ ਦੇ ਖਿਲਾਫ ਪ੍ਰਦਰਸ਼ਨ ਸ਼ੁਰੂ ਹੋ ਗਿਆ ਜੀ। ਇਤਿਹਾਸ 'ਚ ਪਹਿਲੀ ਵਾਰ ਆ ਕਿ ਸੰਸਦ ਦੇ ਵਿੱਚ ਰਾਤ ਭਰ ਧਰਨੇ ਤੇ ਬੈਠੇ ਰਹੇ ਜੀ ਉਹ 8 ਸੰਸਦ ਮੈਂਬਰ। ਉਹਨਾਂ ਨੇ ਆਪਣਾ ਚਾਹ ਦਾ ਸਮਾਨ, ਪਾਣੀ, ਇੱਥੋਂ ਤੱਕ ਕਿ ਮੱਛਰ ਜਿਹੜੀ ਭਜਾਉਣ ਵਾਲੀ ਦਵਾਈ ਆ ਉਹ ਤੱਕ ਲੈ ਕੇ ਆ ਕੇ ਬਹਿ ਗਏ ਸੀ, ਬੋਰੀਆ ਬਿਸਤਰਾ ਲੈ ਕੇ ਬਹਿ ਗਏ ਸੀਗੇ। ਫਿਰ ਉਸ ਤੋਂ ਵੱਡੀ ਗੱਲ ਇਹ ਆ ਵੀ ਦੇਖੋ, ਬੰਦਾ ਵਿਰੋਧ ਤਾਂ ਹਰੇਕ ਦਾ ਆਪਣੇ ਆਪਣੇ ਵਿਚਾਰਾਂ ਦਾ ਹੁੰਦਾ, ਕਿਸੇ ਦੇ ਵਿਚਾਰ ਰਲਦੇ, ਕਿਸੇ ਦੇ ਨਹੀਂ ਰਲਦੇ, ਪਰ ਜਿਹੜੀ ਉਹ ਨਵੀਂ ਗੱਲ ਦੇਖਣ ਨੂੰ ਮਿਲੀ ਆ ਵੀ ਉਹ ਜਿਹੜਾ ਉਪ ਸਭਾਪਤੀ ਜਿਹਦੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਹਦੇ ਨਾਲ ਤੂੰ ਮੈਂ ਹੋਇਆ ਜਾਂ ਉੱਥੇ ਜੋ ਵੀ ਹੋਇਆ ਰਾਜ ਸਭਾ ਦੇ ਵਿੱਚ, ਉਹੀ ਉਪ ਸਭਾਪਤੀ ਸਵੇਰ ਵੇਲੇ ਉਹਨਾਂ 8 ਸੰਸਦ ਮੈਂਬਰਾਂ ਲਈ ਚਾਹ ਲੈ ਕੇ ਗਿਆ ਜੀ। ਔਰ ਵੱਡੀ ਇਹ ਇੱਕ ਹਾਂ ਪੱਕੀ ਜਾਂਦਾ ਆ ਵੀ ਇੱਕ ਬੰਦੇ ਦੇ ਦਿਲ ਵਿੱਚ ਉਹਨਾਂ ਪ੍ਰਤੀ ਸਤਿਕਾਰ ਹੈਗਾ ਵੀ ਹਾਂ ਵੀ ਇਹ ਸਾਡੇ ਸੰਸਦ ਮੈਂਬਰ ਆ। ਔਰ ਜਿਹਦਾ ਕਿ ਪ੍ਰਧਾਨ ਮੰਤਰੀ ਨੇ ਵੀ ਇਹਦੀ ਖੂਬ ਪ੍ਰਸ਼ੰਸਾ ਕੀਤੀ ਵੀ ਮੈਂ ਇਹ ਦੇਖ ਕੇ ਬਹੁਤ ਖੁਸ਼ ਹੋਇਆ ਵੀ ਉਹੀ ਸਭਾਪਤੀ ਉਪ ਸਭਾਪਤੀ ਜਿਹੜੇ ਹਰੀਵੰਸ਼ ਆ, ਜਿਨ੍ਹਾਂ ਦੇ ਖਿਲਾਫ ਇਹ ਕੰਮ ਹੋਇਆ ਔਰ ਜਿਨ੍ਹਾਂ ਦੇ ਖਿਲਾਫ ਧਰਨੇ ਤੇ ਬੈਠੇ ਆ, ਉਹ ਉਹਨਾਂ ਨੂੰ ਜਾ ਕੇ ਚਾਹ ਪਿਲਾ ਰਿਹਾ। ਇਹ ਵੱਡੀ ਗੱਲ ਹੋਈ ਹੈ। ਇਹ ਸਾਡੇ ਲੋਕਾਂ ਨੂੰ ਵੀ ਇਹ ਤੋਂ ਸਿੱਖਣਾ ਚਾਹੀਦਾ ਕਿ ਅਸੀਂ ਸਿੱਖਣ ਵਾਲੀ ਗੱਲ ਹੈ ਰਾਜਨੀਤੀ ਦੇ ਵਿੱਚ ਵਿਚਾਰਾਂ ਦਾ ਹੀ ਵਿਰੋਧ ਜ਼ਰੂਰ ਰੱਖੀਏ, ਨਿੱਜੀ ਵਿਰੋਧ ਨਾ ਕਰੀਏ। ਨਿੱਜੀ ਪਰਸਨਲ ਲੜਾਈ ਲੈਣੀ ਜਿਹੜੀ ਆ ਉਹ ਗਲਤ ਗੱਲ ਆ। ਤੁਸੀਂ ਆਪਣੇ ਵਿਚਾਰ, ਹਰੇਕ ਬੰਦੇ ਦੇ ਵਿਚਾਰ ਆਪੋ ਆਪਣੇ ਆ, ਕੋਈ ਕਿਸੇ ਤਰ੍ਹਾਂ ਕਹਿੰਦਾ, ਕੋਈ ਕਿਸੇ ਤਰ੍ਹਾਂ ਕਹਿੰਦਾ, ਪਰ ਉਥੇ ਸਦਭਾਵਨਾ ਬਣਾ ਕੇ ਰੱਖਣੀ ਵੱਡੀ ਗੱਲ ਹੈ ਜੀ। ਲੋਕਤੰਤਰ ਦਾ ਜਨਮ ਹੀ ਇਸ ਚੀਜ਼ ਤੋਂ ਹੋਇਆ ਸੀ ਕਿ ਅਸੀਂ ਇੱਕ ਵਿਚਾਰ ਨੂੰ ਦੋਨੋਂ ਤਰੀਕੇ, ਉਹਦੇ ਨੈਗੇਟਿਵ ਤੇ ਪੋਜ਼ਿਟਿਵ ਦੋਨੋਂ ਚੀਜ਼ਾਂ ਨੂੰ ਦੇਖ ਕੇ ਹੀ ਆਪਾਂ ਕਾਨੂੰਨ ਬਣਾਈਏ। ਜੇ ਇਹਨੂੰ ਆਪਾਂ ਦੂਜੇ ਪਾਸੇ ਦੇਖੀਏ ਤਾਂ ਇੱਕ ਪਾਸੇ ਤਾਂ ਰਾਜ ਸਭਾ 'ਚ ਆਪਾਂ ਕਹੀਏ ਵੀ ਲੋਕਤੰਤਰ ਦਾ ਘਾਣ ਹੋਇਆ,
ਤੇ ਦੂਜੇ ਪਾਸੇ ਲੋਕਤੰਤਰ ਦਾ ਇੱਕ ਨਵਾਂ ਚਿਹਰਾ ਦੇਖਣ ਨੂੰ ਸਾਹਮਣੇ ਆਇਆ ਵੀ ਉਪ ਸਭਾਪਤੀ ਖੁਦ ਆ ਕੇ ਉਹਨਾਂ ਨੂੰ ਚਾਹ ਪਿਲਾ ਰਿਹਾ, ਪੁੱਛ ਰਿਹਾ। ਹਾਲਾਂਕਿ ਉਹਨਾਂ 8 ਸੰਸਦ ਮੈਂਬਰਾਂ ਨੇ ਉਹਦੀ ਲਿਆਂਦੀ ਚਾਹ ਲੈਣ ਤੋਂ ਮਨਾ ਕਰਤਾ, ਪਰ ਇਹ ਵੀ ਉਹਨਾਂ ਦੀ ਇੱਕ ਕਹਿ ਲਈਏ ਵੀ ਨਿੱਜੀ ਗੁੱਸੇ ਵਾਲੀ ਗੱਲ ਆ ਵੀ ਜਿਹੜੀ ਉਹਨਾਂ ਨੇ ਉਹਦਾ ਜਿਹੜਾ ਇੱਕ ਗੁੱਡਵਿਲ ਜੈਸਚਰ ਸੀਗਾ, ਜਿਹੜਾ ਇੱਕ ਹਾਂ ਪੱਖੀ ਰਵੱਈਆ ਸੀਗਾ, ਉਹਨਾਂ ਨੂੰ ਉਹਨੇ ਨਕਾਰ ਦਿੱਤਾ। ਉਹਨੇ ਤੇ ਉਹ ਸਸਪੈਂਡ ਕੀਤੇ ਸੀ, ਉਹ ਤਾਂ ਪਲਾਉਣ ਗਿਆ, ਹੁਣ ਉਹ ਸਸਪੈਂਡ ਹੋ ਕੇ ਚਾਹ ਕਿਵੇਂ ਪੀਣ? ਨਹੀਂ, ਇਹਦੇ ਵਿੱਚ ਦੇਖਿਆ ਜਾਵੇ ਨਾ, ਜੇ ਤੁਸੀਂ ਵੀ ਤਾਂ ਉਹਦੇ ਖਿਲਾਫ ਕੁਝ ਕਰਨ ਗਏ ਸੀ ਤਾਂ ਹੀ ਉਹਨੂੰ ਸਸਪੈਂਡ ਕੀਤੇ ਨਾ। ਕਾਰਵਾਈ ਤਾਂ ਦੋਨੋਂ ਹੱਥਾਂ, ਤਾਲੀ ਤਾਂ ਦੋਨੋਂ ਹੱਥਾਂ ਨਾਲ ਵੱਜਦੀ ਹੈ ਨਾ। ਜੇ ਉਹਨਾਂ ਨੇ ਤੁਹਾਨੂੰ ਸਸਪੈਂਡ ਕੀਤਾ, ਉਸ ਦੇ ਬਾਵਜੂਦ ਵੀ ਤੁਹਾਨੂੰ ਉਹ ਇਸ ਤਰੀਕੇ ਨਾਲ ਤੁਹਾਨੂੰ ਮਿਲਣ ਆਇਆ ਔਰ ਚਾਹ ਲੈਣ ਆਇਆ, ਤੁਹਾਡਾ ਹਾਲ ਚਾਲ ਪੁੱਛਣ ਆਇਆ ਵੀ ਬਈ ਤੁਸੀਂ ਸਾਰੀ ਰਾਤ ਦੇ ਸੰਸਦ 'ਚ ਬੈਠੇ ਆ, ਠੀਕ ਹੋ, ਮੱਛਰਾਂ ਤੇ ਨਹੀਂ ਖਾਧਾ ਕਿਤੇ, ਤੇ ਉਹ ਬੰਦਾ ਪੁੱਛਣ ਆਇਆ, ਤੇ ਉਹਦਾ ਘੱਟੋ ਘੱਟ ਇਹਨਾਂ ਮਾਨ ਸਨਮਾਨ ਰੱਖਣਾ ਚਾਹੀਦਾ ਸੀ ਵੀ ਘੱਟੋ ਘੱਟ ਉਹਦੀ ਲਿਆਂਦੀ ਉਹ ਚਾਹ ਹੀ ਪੀ ਲੈਂਦੇ, ਹੋਰ ਨਹੀਂ ਕੁਛ ਤਾਂ। ਤੇ ਗੱਲ ਇਦਾਂ ਹੈ ਕਿ ਮੈਨੂੰ ਇਦਾਂ ਲੱਗਦਾ ਕਿ ਸਾਡੀਆਂ ਸਰਕਾਰਾਂ ਨੂੰ ਭਾਵੇਂ ਕੋਈ ਅੰਤਰਰਾਸ਼ਟਰੀ ਸੰਸਥਾਵਾਂ ਕੁਝ ਚਾਹੁੰਦੀਆਂ ਹੋਣ, ਪਰ ਇਹਨਾਂ ਨੂੰ ਇਹ ਗੱਲ ਧਿਆਨ 'ਚ ਰੱਖਣੀ ਚਾਹੀਦੀ ਆ ਕਿ ਖੇਤੀ ਨਿਰੀ ਵਪਾਰਕ ਗੱਲ ਨਹੀਂ ਹੈਗੀ, ਖੇਤੀ ਸਾਡੀ ਜੀਵਨ ਚਰਿਆ ਨਾਲ ਜੋੜ ਕੇ ਦੇਖਣਾ ਇਹ ਬਹੁਤ ਵੱਡੀ ਭੁੱਲ ਹੋਵੇਗੀ। ਖੇਤੀ ਨੂੰ ਜਿਹੜੀ ਸਾਰੇ ਦੇਸ਼ ਦਾ ਢਿੱਡ ਭਰ ਰਹੀ ਆ, ਉਦੋਂ ਨੂੰ ਆਪਾਂ ਜੇ ਵਪਾਰ ਦੇ ਤੌਰ ਨਾਲ ਵਪਾਰ ਨਾਲ ਜੋੜੀਏ ਤਾਂ ਉਹ ਵਕਤੀ ਤੌਰ ਤੇ ਹੋਊਗਾ, ਲੰਬੇ ਸਮੇਂ ਲਈ ਇਹ ਕੰਮ ਨਹੀਂ ਚੱਲ ਸਕਦਾ। ਖੇਤੀ ਪੰਜਾਬ ਦੀ, ਸਾਰੇ ਭਾਰਤ ਦੀ ਨਾ ਕਹੀਏ ਤੇ ਪੰਜਾਬ ਦੀ ਜਾਂ ਇਸ ਹਿੱਸੇ ਦੀ ਤਾਂ ਜਿਹੜੀ ਜੀਵਨ ਦੀ ਜਾਂਚ ਆ, ਜੀਵਨ ਦਾ ਇੱਕ ਤਰੀਕਾ ਆ, ਉਹਦੇ ਲਈ ਇਹਨੂੰ ਆਪਾਂ ਸਿਰਫ ਔਰ ਸਿਰਫ ਕਿਸੇ ਵੀ ਸਰਕਾਰੀ ਯੋਜਨਾਵਾਂ ਜਾਂ ਸਰਕਾਰੀ ਮਨਸ਼ਿਆਂ ਦੀ ਪ੍ਰਾਪਤੀ ਲਈ ਆਪਾਂ ਖੇਤੀ ਨੂੰ ਤੇ ਕਿਸਾਨਾਂ ਨੂੰ ਨਾ ਵਰਤੀਏ। ਜਿੱਦਾਂ ਮੁੰਬਈ ਦੇ ਵਿੱਚ ਲੋਕਲ ਟ੍ਰੇਨ ਨੂੰ ਕਹਿ ਦਿੰਦਾ ਨਾ ਵੀ ਮੁੰਬਈ ਦੀ ਲਾਈਫਲਾਈਨ ਹੈ, ਉਦਾਂ ਹੀ ਖੇਤੀ ਜਿਹੜੀ ਆ ਪੰਜਾਬ ਦੀ ਲਾਈਫਲਾਈਨ ਹੈ ਜੀ। ਸੋ ਦਰਸ਼ਕੋ, ਇਸੇ ਵਿਚਾਰ ਚਰਚਾ ਨੂੰ ਜਾਰੀ ਰੱਖਾਂਗੇ। ਇੱਕ ਬ੍ਰੇਕ ਤੋਂ ਬਾਅਦ ਗੱਲਾਂ ਕੁਝ ਹੋਰ ਹੋਣਗੀਆਂ, ਮੁੱਦੇ ਕੁਝ ਹੋਰ ਹੋਣਗੇ, ਚਰਚਾ ਜਾਰੀ ਰਹੇਗੀ। ਸਵਾਗਤ ਹੈ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਸ਼ੇਰਗਿੱਲ ਸਾਹਿਬ, ਕਿੰਨੀ ਕੁ ਚਰਚਾ ਕਰੀਏ ਕਿਸਾਨੀ ਨੂੰ ਲੈ ਕੇ, ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ, ਜਿਹੜੀ ਤਾਂ ਜੋ ਗੱਲ ਸਰਕਾਰ ਦੇ ਖਾਨਿਆਂ ਤੱਕ ਪਹੁੰਚੇ ਕਿ ਕਿਸਾਨ ਕਿਸ ਮਿਹਨਤ ਨਾਲ ਕੰਮ ਕਰਦਾ ਹੈ, ਕਿੰਨੀ ਔਕੜਾਂ ਨਾਲ, ਕਿੰਨੇ ਜਜ਼ਬੇ ਨਾਲ ਤੇ ਕਿੰਨਾ ਔਖਾ ਹੋ ਕੇ ਉਹ ਫਸਲ ਉਗਾਉਂਦਾ ਹੈ, ਤੇ ਉਹ ਮੰਡੀ ਤੱਕ ਜਦੋਂ ਪਹੁੰਚਦੀ ਹੈ ਫਸਲ, ਤੇ ਉਹਨੂੰ ਮਿਲਦਾ ਕੀ ਆ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ। ਅਸੀਂ ਕਿਸਾਨ ਹੀ ਆ, ਭਾਵੇਂ ਅਸੀਂ ਸਿੱਧੀ ਹੁਣ ਬੀਜ ਤੋਂ ਲੈ ਕੇ ਵਪਾਰ ਤੱਕ ਨਹੀਂ ਜਾਂਦੇ। ਇੱਕ ਕਿਸਾਨ ਨੇ ਹਰੀ ਮਿਰਚ ਬੀਜੀ ਹੋਈ ਹੈ ਜੀ, ਉਹ ਜਦੋਂ ਤੁੜਾਈ ਲਾ ਰਿਹਾ ਤੇ ਉਹਦੀ ਜਿਹੜੀ ਤੁੜਾਈ ਦੀ ਕੋਸਟ ਆ, ਤੁੜਾਈ ਦਾ ਖਰਚਾ ਉਹਦਾ 7 ਰੁਪਏ ਕਿਲੋ ਮਿਲਦੀ ਹੈ ਉਹਨੂੰ, 7 ਰੁਪਏ ਖਰਚਾ ਉਹਨੂੰ 1 ਕਿਲੋ ਤੋੜਨ ਤੇ ਪੈਂਦਾ। ਤੇ ਜਦੋਂ ਉਹ ਦੂਜੇ ਦਿਨ ਸਵੇਰੇ ਮੰਡੀ ਪਹੁੰਚਦਾ ਜਾ ਕੇ, ਤੇ ਉਹਨੂੰ ਉੱਥੇ ਮਿਲਦੇ ਆ 5 ਰੁਪਏ ਕਿਲੋ ਦੇ। ਕੀ ਗੁਨਾਹ ਕੀ ਆ ਉਸ ਸਾਰੇ ਦੇ ਵਿੱਚ? ਕਿਸਾਨ ਦਾ ਕੀ ਕਸੂਰ ਆ? ਅੱਛਾ, ਉਸ ਤੋਂ ਵੀ ਅਗਲੀ ਗੱਲ, ਜੇ ਮੈਂ ਕਹਾਂ ਉਹ 7 ਰੁਪਏ ਤੋਂ ਲੈ ਕੇ ਆਮ ਲੋਕਾਂ ਤੱਕ ਉਹ ਮਿਰਚ 9 ਰੁਪਏ 10 ਰੁਪਏ ਮਿਲਦੀ ਹੋਵੇ, 11 ਰੁਪਏ 12 ਰੁਪਏ 14 ਰੁਪਏ 15 ਰੁਪਏ ਵੀ ਮਿਲਦੀ ਹੋਵੇ, ਤਾਂ ਵੀ ਮੰਨ ਲਾਂ ਕਿ ਜਿਹੜਾ ਭਾਈ ਵੇਚਣ ਵਾਲਾ ਉਹਦੇ ਖਰਚੇ ਪਾ ਲਈਏ, ਵਿੱਚੇ ਮੰਡੀ ਦੇ ਪਾ ਲਈਏ। ਕਿਸਾਨ ਤੋਂ 7 ਰੁਪਏ ਲੈ ਕੇ ਉਹ ਬਾਜ਼ਾਰ ਦੇ ਵਿੱਚ ਮਿਰਚ ਜਿਹੜੀ ਆ 40 ਰੁਪਏ ਕਿਲੋ ਵਿਕਦੀ ਆ, ਤੇ ਕਿਸਾਨ ਨੂੰ ਉਹਦੇ ਤੋੜਨ ਦੇ ਵਿੱਚ ਹੀ 3 ਰੁਪਏ ਦਾ ਘਾਟਾ ਪੈ ਗਿਆ। ਜਦੋਂ ਦੀ ਉਹਨੇ ਬੀਜੀ ਆ, ਜੋ ਉਹਨੇ ਕੀਤਾ ਤੇ ਜਿੰਨਾ ਉਹਨੇ ਟਾਈਮ ਲਾਇਆ, ਜੇ ਉਹਦੇ ਵਿੱਚ ਉਹਦੀ ਜਿਹੜੀ ਜ਼ਮੀਨ ਆ ਉਹਨੂੰ ਅਸੀਂ ਕੈਪੀਟਲ ਮੰਨ ਲਈਏ ਤੇ ਉਹਦਾ ਇੰਟਰਸਟ ਲਾ ਲਈਏ ਉਹਦੀ ਪੂੰਜੀ ਦਾ, ਤੇ ਇਹ ਵੱਡੇ ਵਪਾਰੀ, ਕੋਈ ਦੁਨੀਆ ਦਾ ਇਹੋ ਜਿਹਾ ਵਪਾਰੀ ਹੋਵੇਗਾ ਤੁਹਾਡੀ ਨਜ਼ਰ ਵਿੱਚ ਜਿਹੜਾ ਇੰਨਾ ਘਾਟੇ ਦਾ ਸੌਦਾ ਕਰ ਸਕਦਾ ਹੋਵੇਗਾ? ਚਰਚਾ ਦੀ ਗੱਲ ਤੁਸੀਂ ਛੇੜੀ ਆ, ਚਰਚਾ ਤਾਂ ਇਹਦੇ ਵਿੱਚ ਅੱਜ ਦੀ ਨਹੀਂ, ਘੱਟੋ ਘੱਟ ਸਾਲਾਂ ਬੱਧੀ ਚੱਲੀ ਆ ਰਹੀ ਹੈ ਵੀ ਚਰਚਾ ਖਤਮ ਹੋਣ ਦਾ ਨਾਂ ਨਹੀਂ ਹੋ ਸਕਦੀ। ਕਿਸਾਨੀ ਮੁੱਦੇ ਹਰੇਕ ਸਰਕਾਰ ਜਿਹੜੀ ਆ ਉਸ ਵੇਲੇ ਆ ਕੇ ਲਿਆ ਕੇ ਉਭਾਰ ਦਿੰਦੀ ਆ ਜੀ, ਤੇ ਕਿਸਾਨਾਂ ਨੂੰ ਮੋਹਰੇ ਲਾ ਲੈਂਦੀ ਆ। ਹੁਣ ਤੁਸੀਂ ਗੱਲ ਕਰਦੇ ਆ ਜਿਹੜੀ ਆਹ ਲਾਗਤ ਮੁੱਲ ਦੀ ਜੀ, ਇਸੇ ਨੂੰ ਲੈ ਕੇ ਤਾਂ ਸਵਾਮੀਨਾਥਨ ਰਿਪੋਰਟ ਬਣੀ ਸੀ ਜੀ, ਤੇ ਕਿਸਾਨਾਂ ਨੂੰ ਲਾਗਤ ਦਾ ਪੂਰਾ ਮੁੱਲ ਨਹੀਂ ਮਿਲਦਾ। ਖਾਦਾਂ ਮਹਿੰਗੀਆਂ, ਦਵਾਈਆਂ ਮਹਿੰਗੀਆਂ, ਬੀਜ ਮਹਿੰਗੇ, ਮਿਹਨਤ ਵੱਖਰੀ, ਡੀਜ਼ਲ ਮਹਿੰਗਾ, ਉਹ ਸਾਰਾ ਕੁਝ ਕਰਕੇ ਜਿੰਨਾ ਉਹਦੀ ਲਾਗਤ ਆਉਂਦੀ ਆ ਕਿਸੇ ਫਸਲ ਤੇ, ਉਹਨਾਂ ਉਹਨੂੰ ਮੁੱਲ ਨਹੀਂ ਮਿਲਦਾ। ਹੁਣ ਜੇ ਆਪਾਂ ਕਣਕ ਦਾ ਭਾਅ 1975 ਰੁਪਏ ਜੇ ਅੱਜ ਮਿੱਥ ਦਿੱਤਾ ਇਹਨਾਂ ਨੇ MSP, ਇਹ ਤੁਸੀਂ ਇੱਕ ਵਾਰੀ ਆਪਾਂ ਸੌਰੀ ਤੁਹਾਨੂੰ ਮੈਂ ਰੋਕਦਾ, ਇਹ ਕੌਣ ਹੁੰਦੇ ਆ ਕਿਸਾਨ ਦੀ ਇਸ ਕਣਕ ਨੂੰ 19 ਰੁਪਏ ਕਿਲੋ ਖਰੀਦਣ ਵਾਲੇ? ਇਹੀ ਗੱਲ ਮੈਂ ਕਰਨੀ ਚਾਹੁੰਦਾ ਸੀਗਾ ਵੀ AC ਵਾਲੇ ਰੂਮ 'ਚ ਬੈਠਿਆਂ ਨੂੰ ਕਿਸਾਨਾਂ ਦਾ ਖੇਤਾਂ ਵਿੱਚ ਮੁੜਕਾ ਚੋਂਦਾ ਹੋਇਆ ਨਹੀਂ ਦਿਖ ਸਕਦਾ ਜੀ। ਉਹਨੂੰ ਮੁੜਕੇ ਦਾ ਪਤਾ ਹੀ ਨਹੀਂ ਪਿਆ, ਜਿਹੜਾ ਕਿਸਾਨ ਖੇਤੀ ਕਰ ਰਿਹਾ ਜ਼ਮੀਨ ਦੇ ਉੱਤੇ ਉਹਦਾ ਮੁੜਕਾ ਚੋ ਹੋ ਰਿਹਾ, ਸਾਰਾ ਸਰੀਰ ਉਹਦਾ ਪਸੀਨਾ ਪਸੀਨੀ ਹੋਇਆ, ਔਰ ਇੰਨੀ ਮਿਹਨਤ ਕਰਕੇ ਜਿਹੜਾ ਉਹ ਦੁਪਹਿਰੇ AC ਰੂਮ 'ਚੋਂ ਨਿਕਲ ਕੇ ਘਰ ਰੋਟੀ ਜਿਹੜਾ ਖਾਣ ਜਾਂਦਾ ਨਾ, ਉਹ ਰੋਟੀ ਉਹਨੂੰ ਇੰਨੀ ਸਮਝ ਹੋਣੀ ਚਾਹੀਦੀ ਵੀ ਇਹ ਰੋਟੀ ਜਿਹੜੀ ਆ ਇਹ ਇੱਕ ਕਿਸਾਨ ਦੇ ਖੇਤ 'ਚੋਂ ਆਈ। ਅੱਜ ਤੱਕ ਕਿਸੇ ਨੇ ਇਹ ਗੱਲ ਦੱਸੀ ਕਿਸਾਨਾਂ ਨੂੰ ਕਿ ਤੁਹਾਡੀ ਜਿਹੜੀ ਜਿਣਸ ਦਾ ਭਾਅ ਅਸੀਂ ਵਧਾਇਆ ਤੇ ਕਿਉਂ ਵਧਾਇਆ ਤੇ ਕਿੰਨਾ ਵਧਾਇਆ? ਨਹੀਂ, ਉਹ ਤਾਂ 25-50 ਰੁਪਏ ਵਧਾ ਕੇ ਕਹਿ ਦਿੰਦੇ ਵੀ ਅਸੀਂ ਬਹੁਤ ਵਧਾਤਾ। ਉਹ ਇਦਾਂ ਕਹਿੰਦੇ ਵੀ ਅਸੀਂ ਆਸਾਨ ਕਰਦੇ ਕਿਸਾਨਾਂ ਤੇ, ਵੀ ਤੁਹਾਡਾ ਵੀ 50 ਰੁਪਏ ਅਸੀਂ ਬਹੁਤ ਵਧਾਤਾ। ਪਰ ਉਹਨੂੰ ਦੇਖੋ ਤਾਂ ਸਹੀ ਵੀ ਉਸ ਇੱਕ ਕੁਇੰਟਲ
ਪੈਦਾ ਕਰਨ ਲਈ ਉਹਦੀ ਲਾਗਤ ਦੇਖੋ ਕਿੰਨੀ ਆਈ ਹੈ। 47 ਤੋਂ ਲੈ ਕੇ ਹੁਣ ਤੱਕ ਕੋਈ ਇਹਨਾਂ ਨੇ ਕੋਈ ਦਾ ਮਾਪਦੰਡ ਵੀ ਬਣਾਇਆ ਵੀ ਕਿੱਦਾਂ ਵਧਾਉਣੇ ਆ ਜਾਂ ਕਿੰਨੇ ਵਧਾਉਣੇ ਆ ਜਾਂ ਬਾਕੀ ਚੀਜ਼ਾਂ ਨਾਲ ਇਹਦੀ ਕੋਈ ਕੰਪੈਰੀਜ਼ਨ ਕੋਈ ਐਨਾਲਿਸਿਸ ਕਰਨਾ ਹੈ ਜਾਂ ਬਸ ਖਰਾਦ ਦੇਣੀ ਆ 10 ਰੁਪਏ 20 ਰੁਪਏ 25 ਦਾ ਰੁਪਏ? ਕਾਨੂੰਨ ਹੀ ਨਹੀਂ ਬਣਾਇਆ ਇਹਨਾਂ ਨੇ, ਤਾਂ ਮਾਪਦੰਡ ਕਿੱਥੋਂ ਤੈਅ ਕਰਨਾ ਸੀਗਾ ਵੀ ਅਸੀਂ ਇਸ ਨੂੰ ਉਧਾਰ ਕੇ ਬਣਾ ਕੇ? ਤਾਂ ਹੀ ਤਾਂ ਸਵਾਮੀਨਾਥਨ ਰਿਪੋਰਟ ਮਸਲਾ ਤਾਂ ਸ਼ੁਰੂ ਸੀਗਾ ਵੀ ਸਵਾਮੀਨਾਥਨ ਰਿਪੋਰਟ ਜਿਹੜੀ ਆ ਮੌਜੂਦਾ ਸਰਕਾਰ ਲਾਗੂ ਕਰੂਗੀ ਜੀ। ਸਵਾਮੀਨਾਥਨ ਰਿਪੋਰਟ ਵਾਲਾ ਤਾਂ ਕਿਸੇ ਪਾਸੇ ਚੱਲਿਆ ਹੀ ਨਹੀਂ ਕੰਮ। ਖੁਦ ਪ੍ਰਧਾਨ ਮੰਤਰੀ ਕਹਿ ਰਹੇ ਆ ਵੀ 50 ਇੰਨੇ ਸਾਲਾਂ ਤੋਂ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ, ਸਵਾਮੀਨਾਥਨ ਰਿਪੋਰਟ ਤੱਕ ਮੈਂ ਲਾਗੂ ਨਹੀਂ ਕੀਤੀ। ਵੀ ਘੱਟੋ ਘੱਟ ਤੁਸੀਂ ਸਵਾਮੀਨਾਥਨ ਰਿਪੋਰਟ ਲਾਗੂ ਕਰਕੇ ਕਿਸਾਨਾਂ ਨੂੰ ਉਹਦੀ ਲਾਗਤ ਦਾ ਮੁੱਲ ਤਾਂ ਮਿਲਦਾ, ਜਿੰਨੀ ਉਹ ਮਿਹਨਤ ਕਰਦਾ ਆ, ਜਿੰਨੀ ਉਹ ਪਸੀਨਾ ਵਹਾਉਂਦਾ ਆ, ਜਿੰਨਾ ਉਹਦਾ ਖਰਚਾ ਆਉਂਦਾ ਆ, ਉਹਦਾ ਮੁੱਲ ਤਾਂ ਮਿਲੇ ਉਹਨੂੰ ਜੀ। ਹੁਣ ਜਿਵੇਂ ਦੱਸਦੇ ਤੁਸੀਂ ਵੀ ਮਿਰਚਾਂ ਦਾ 7 ਰੁਪਏ ਤਾਂ ਉਹਨੂੰ ਤੜਾਉਣ ਦਾ ਹੀ ਪੈ ਗਿਆ, ਹਰ ਫਸਲ ਦਾ ਹੀ ਹਾਲ ਹੈ। ਉੱਥੇ ਜਾ ਕੇ ਉਹਦੀ 2 ਰੁਪਏ ਪਹਿਲਾਂ ਹੀ ਘਟ ਗਈ। ਇਹ ਤਾਂ ਸਿਰਫ ਤੜਾਉਣ ਦਾ ਆਇਆ ਨਾ, ਸਿਰਫ ਖਰਚਾ। ਜਿੱਥੋਂ ਬੀਜ ਤੋਂ ਲੈ ਕੇ ਜੀ ਮਿਰਚ ਦੇ ਤੋੜਨ ਤੱਕ ਦਾ ਜਿਹੜਾ ਖਰਚਾ ਉਹ ਤਾਂ ਕਿਸੇ ਗਿਣਤੀ 'ਚ ਨਹੀਂ। ਜੇ ਬਾਕੀ ਲੇਬਰ ਨੂੰ ਛੱਡ ਦਈਏ, ਉਹ ਕਿਸਾਨ ਜਿਹੜਾ ਉਸ ਜ਼ਮੀਨ ਦਾ ਮਾਲਕ ਆ ਜਾਂ ਠੇਕੇ ਤੇ ਬਾਹਰ ਆ, ਜੇ ਉਹਦੀ ਦਿਹਾੜੀ ਵਿੱਚ ਪਾ ਲਈਏ ਤਾਂ ਕਿਸੇ ਫਸਲ 'ਚੋਂ ਵੀ ਉਹਦੇ ਪੈਸੇ ਨਹੀਂ ਪੂਰੇ ਹੁੰਦੇ। ਇਕੱਲੇ ਕਿਸਾਨ ਨੂੰ ਨਹੀਂ ਮਾਰ ਰਹੀ ਇਹ, ਮੈਂ ਪਹਿਲਾਂ ਵੀ ਦੱਸ ਕੇ ਹਟਿਆ ਵੀ ਇਹ ਤਾਂ ਮਜ਼ਦੂਰਾਂ ਤੱਕ ਨੂੰ ਇਹਦਾ ਧੱਕਾ ਲੱਗ ਰਿਹਾ ਆ। ਕਿਉਂਕਿ ਆਮ ਮਜ਼ਦੂਰ ਜਿਹੜਾ ਮੰਡੀ 'ਚ ਕੰਮ ਕਰਦਾ ਉਹ ਘੱਟੋ ਘੱਟ ਇੱਕ ਮਹੀਨੇ ਦਾ 10-12 ਹਜ਼ਾਰ ਤੱਕ ਕਮਾਉਂਦਾ ਸੀਗਾ, ਉਹਦੇ ਨਾਲ ਉਹਦਾ ਜਿਹੜਾ ਘਰ ਦਾ ਗੁਜ਼ਰ ਬਸਰ ਵਧੀਆ ਚੱਲਦਾ ਸੀ। ਤੇ ਜੇ ਹੁਣ ਸਾਰਾ ਕੁਝ ਇਹਨਾਂ ਨੇ ਤਹਿਸ ਨਹਿਸ ਕਰ ਦਿੱਤਾ, ਮੰਡੀਕਰਨ ਤੋੜਤਾ, ਕਿਸਾਨ ਤਾਂ ਜਿਹੜੇ ਪ੍ਰਭਾਵਿਤ ਹੋਣਗੇ ਹੀ ਹੋਣਗੇ, ਇਹਦੇ ਨਾਲ ਜਿਹੜੇ ਆ ਮਜ਼ਦੂਰਾਂ ਦਾ ਕੀ ਹਾਲ ਹੋਊਗਾ ਇਹਦੇ ਬਾਰੇ ਕਦੇ ਸਰਕਾਰ ਨੇ ਸੋਚਿਆ ਨਹੀਂ। ਤੇ ਆਪਾਂ ਤਾਂ ਕਿਸਾਨ ਨੂੰ ਲੈ ਕੇ ਕਹਿੰਦੇ ਵੀ ਕਿਸਾਨ ਬਾਰੇ ਨਹੀਂ ਸੋਚਿਆ, ਪਰ ਅਗਲੀ ਗੱਲ ਜਿਹੜੀ ਆਉਂਦੀ ਆ ਵੀ ਮਜ਼ਦੂਰਾਂ ਦਾ, ਜਿਹੜੇ ਇਹਦੇ ਨਾਲ ਜੁੜੇ ਲੱਖਾਂ ਹੋਰ ਕਰਿੰਦਿਆਂ ਦਾ, ਉਹਨਾਂ ਦਾ ਕੀ ਬਣੂਗਾ ਜਦੋਂ ਇਹ ਸਾਰਾ ਢਾਂਚਾ ਅੱਜ ਨਹੀਂ ਖਤਮ ਹੋਊਗਾ? ਸਾਲ 2 ਸਾਲ 3 ਸਾਲ ਤੱਕ ਇਹਦੇ ਨਤੀਜੇ ਸਾਹਮਣੇ ਆਉਣਗੇ, ਉਦੋਂ ਤੱਕ ਤਾਂ ਫਿਰ ਇਹ ਬਹੁਤ ਦੇਰ ਹੋ ਚੁੱਕੀ ਹੋਊਗੀ। ਤਾਂ ਫਿਰ ਆਪਾਂ ਕਹਿ ਦਿੰਦੇ ਵੀ ਕਿਸਾਨ ਖੁਦਕੁਸ਼ੀਆਂ ਬਹੁਤ ਕਰਦੇ ਆ, ਜਦ ਹੁਣ ਉਹਨਾਂ ਦੇ ਪੱਲੇ ਕੱਖ ਨਹੀਂ ਰਹਿ ਗਿਆ। ਖੁਦਕੁਸ਼ੀ ਕਰਨਾ ਕੋਈ ਹੱਲ ਨਹੀਂ ਹੈਗਾ। ਜ਼ਿੰਦਗੀ ਦਿੱਤੀ ਆ, ਉਹਨੂੰ ਸੰਘਰਸ਼ਮਈ ਬਣਾਉਣਾ ਚਾਹੀਦਾ, ਸੰਘਰਸ਼ ਕਰਨਾ ਚਾਹੀਦਾ ਹਮੇਸ਼ਾ। ਪਰ ਉਹਦਾ ਪਤਾ ਨਹੀਂ ਕੀ ਉਹਦੇ ਮਨ ਦੀ ਅਵਸਥਾ ਹੋਊਗੀ ਉਸ ਵੇਲੇ ਉਸ ਬੰਦੇ ਦੀ। ਕਿਸਾਨ ਜਿੰਨਾ ਸੰਘਰਸ਼ ਕਰਦਾ ਕੌਣ ਹੈ? ਕੋਈ ਵੀ ਨਹੀਂ ਕਰ ਸਕਦਾ ਜਿੰਨਾ ਸੰਘਰਸ਼ ਕਿਸਾਨ ਕਰਦਾ। ਹਾਲਾਂਕਿ ਅੱਜ ਦੇ ਯੁੱਗ ਦੇ ਵਿੱਚ ਸੌਖੀ ਕਰਤੀ ਖੇਤੀ। ਜੇ ਆਪਾਂ ਥੋੜਾ ਜਿਹਾ 40-50 ਸਾਲ ਪਿੱਛੇ ਜਾਈਏ ਤਾਂ ਇਦੋਂ ਵੀ ਬਹੁਤ ਔਖੀ ਸੀਗੀ। ਹਲ ਚੱਲ ਰਹੇ ਹੁਣ। ਪਿੱਛੇ ਜੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਹੈ ਸਨੀ ਦਿਓਲ ਹੋਣੀ, ਉਹਨਾਂ ਨੇ, ਉਹਨੂੰ ਪਤਾ ਹੀ ਨਹੀਂ ਉਹਨੇ ਕਿਹੜਾ ਕਦੇ ਮੁੰਨਾ ਫੜਿਆ ਹਲ ਦਾ, ਨਾ ਤਾਂ ਉਹਦੇ ਪਰਿਵਾਰ ਨੂੰ ਪਤਾ। ਉਹਦਾ ਇੱਕ ਕੀ ਕਹਿੰਦੇ ਹੁੰਦੇ ਆ ਸੋਨੇ ਦਾ ਚਮਚਾ ਲੈ ਕੇ ਜੰਮੇ ਆ। ਤੇ ਉਹਨਾਂ ਨੂੰ ਕੀ ਪਤਾ ਵੀ ਕਿਸਾਨ ਕਿਵੇਂ ਖੇਤੀ ਕਰਦਾ ਤੇ ਕਿਵੇਂ ਹਲ ਜੋਤਦਾ। ਤੇ ਉਹਨੇ ਇੱਕਦਮ ਆ ਕੇ ਕਹਿਤਾ ਜੀ ਕਿਸਾਨਾਂ ਤੁਹਾਡੇ ਲਈ ਬਹੁਤ ਵਧੀਆ ਜਿਹੜਾ ਬਿੱਲ ਲਿਆ ਰਹੇ, ਜਿਹੜੇ ਬਿੱਲ ਪਾਸ ਕਰ ਰਹੇ ਆ ਸਾਡੀ ਸਰਕਾਰ, ਇਹ ਬਹੁਤ ਵਧੀਆ। ਉਹ MP ਆ, ਤੁਸੀਂ ਉਸ ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆ, ਘੱਟੋ ਘੱਟ ਉਹਨਾਂ ਦਾ ਪੜਚੋਲ ਤਾਂ ਕਰ ਲਓ ਵੀ ਮੈਂ ਕਹਿਣਾ ਕੀ ਚਾਹ ਰਿਹਾ ਵੀ ਇਹਨਾਂ ਦੇ ਹੱਕ ਦੀ ਹੈ ਜਾਂ ਨਹੀਂ ਹੈਗੀ ਆ। ਕਿਸੇ ਭਾਜਪਾ ਮੈਂਬਰ ਨੇ ਹਾਲੇ ਤੱਕ ਨਹੀਂ ਕਿਹਾ ਸਿੱਧੇ ਤੌਰ ਤੇ, ਪਰ ਗੋਲਮੋਲ ਕਰਕੇ ਉਹ ਵੀ ਸਮਰਥਨ ਤਾਂ ਕਰ ਰਹੇ ਆ, ਪਰ ਇਸ ਤਰੀਕੇ ਨਾਲ ਨਹੀਂ ਜਿੱਦਾਂ ਵੀ ਇਹਨਾਂ ਨੇ ਕਹਿਤਾ ਵੀ ਤੁਹਾਡੇ ਇਹ ਫਾਇਦੇ ਦਾ ਜੀ ਬੰਦਾ। ਹੁਣ ਉੱਥੇ ਜਦੋਂ ਦਾ MP ਬਣਿਆ ਉੱਥੇ ਬੜਿਆ ਨਹੀਂ ਅੱਜ ਤੱਕ ਵੀ। ਲੋਕ ਤਾਂ ਉਹਨੂੰ ਲੱਭਦੇ ਰਹਿ ਗਏ ਵੀ ਕਿੱਥੇ ਗਿਆ, ਤੇ ਆ ਕੇ ਇੱਕਦਮ ਉਹਨਾਂ ਤੇ ਇੱਕ ਸਿੱਟ ਦਈਏ ਵੀ ਜੀ ਬਿੱਲ ਤੁਹਾਡੇ ਹੱਕ ਦੇ ਆ ਜੀ। ਗੁਰਦਾਸਪੁਰ ਦੇ ਲੋਕ ਆ ਜਾਂ ਚਲੋ ਸਾਰੇ ਭਾਰਤ ਦੀ ਗੱਲ ਕਰ ਲਈਏ, ਗੁਰਦਾਸਪੁਰ ਵਾਲੇ ਤੇ ਇਸ ਕੰਮ ਲਈ ਬਹੁਤ ਅੱਗੇ ਰਹਿੰਦੇ ਨੇ। ਇਹਨਾਂ ਨੇ ਪਹਿਲਾਂ 2-3 ਵਾਰ ਵਿਨੋਦ ਖੰਨੇ ਨੂੰ ਵੋਟਾਂ ਪਾਈਆਂ, ਉਹ ਵੀ ਨਹੀਂ ਲੱਭਾ ਮੁੜ ਕੇ, ਤੇ ਬਾਅਦ ਵਿੱਚ ਹੁਣ ਇਹਨੂੰ ਪਾਈਆਂ ਤੇ ਹੁਣ ਇਹ ਨਹੀਂ ਲੱਭਾ। ਤੇ ਵੋਟਾਂ ਪਾਉਣ ਵੇਲੇ ਸਾਡਾ ਵੀ ਥੋੜਾ ਜਿਹਾ ਇਹ ਬਣਦਾ ਗੱਲ ਉੱਥੇ ਸਮਾਜਿਕ ਜ਼ਿੰਮੇਵਾਰੀ ਤਾਂ ਆਪਣੇ ਨਾਗਰਿਕਾਂ ਦੀ ਬਣਦੀ ਹੈ ਨਾ ਜੀ। ਤੇ ਹੁਣ ਥਾਂ ਥਾਂ ਤੇ ਜਿੱਦਾਂ ਭਾਜਪਾ ਦੇ MPਆਂ ਦਾ ਪ੍ਰਦਰਸ਼ਨ, ਜਿੱਦਾਂ ਉਹਨਾਂ ਦੇ ਖਿਲਾਫ ਵਿਰੋਧਤਾ ਹੋ ਰਹੀ ਆ, ਮੈਂ ਕਈ ਥਾਵਾਂ ਤੇ ਦੇਖਿਆ ਸੋਸ਼ਲ ਮੀਡੀਆ ਤੇ ਬੋਰਡ ਲੱਗੇ ਪਿੰਡਾਂ ਦੇ ਵਿੱਚ, ਭਾਜਪਾ MP ਦਾ ਇਸ ਪਿੰਡ 'ਚ ਆਉਣਾ ਮਨਾ ਹੈ। ਤੇ ਜੇ ਉਹ ਇਸੇ ਤਰੀਕੇ ਨਾਲ ਰਹੂਗੇ ਤੇ ਵੋਟ ਪਾਉਣ ਲੱਗੇ ਕਿਉਂ ਉਹਨਾਂ ਦਾ ਦਿਮਾਗ ਬਦਲ ਜਾਂਦਾ ਜੀ। ਘੱਟੋ ਘੱਟ ਤੁਸੀਂ ਚੁਣ ਕੇ ਦੇਖੋ ਬੰਦਾ ਵੀ ਸਾਡੇ ਹੱਕ ਦੀ ਗੱਲ ਕੌਣ ਕਰਦਾ, ਤੇ ਜੇ ਉਹਨੂੰ ਹੱਕ 'ਚ ਬਦਲ ਕੇ, ਤੇ ਇਹੀ ਚੀਜ਼ ਆ ਉਹਨਾਂ ਨੂੰ ਵੀ ਚਾਹੀਦਾ। ਸੰਸਦ ਮੈਂਬਰ ਜਦੋਂ ਚੁਣੇ ਜਾਂਦੇ ਆ ਉਹ ਵੀ ਆ ਕੇ 100 ਲੋਲੀਪੌਪ ਦਿਖਾਲਦੇ ਆ ਜੀ, ਅਸੀਂ ਐਂ ਕਰ ਦਾਂਗੇ। ਜੋ ਕੁਝ ਆਪਣੇ ਮੁੱਖ ਮੰਤਰੀ ਨੇ ਜਿੰਨਾ ਕੁਝ ਕੀਤੇ ਸੀਗੇ, ਦਾਅਵੇ ਕੀਤੇ ਸੀ, ਵਾਅਦੇ ਕੀਤੇ ਸੀ, ਉਹ ਕਿਤੇ ਵੀ ਵਫਾ ਨਹੀਂ ਹੁੰਦੇ। ਦਾਅਵੇ ਵਾਅਦੇ ਜਿਹੜੇ ਆ ਉਹ ਸਟੇਟ ਸਰਕਾਰਾਂ ਹੋਣ ਚਾਹੇ ਸੈਂਟਰ ਦੀਆਂ ਹੋਣ, ਉਹ ਵਫਾ ਤਾਂ ਮੈਨੂੰ ਲੱਗਦਾ ਨਹੀਂ ਅੱਜ ਤੱਕ ਕਦੇ ਹੋਏ ਆ। ਨਾ ਨੌਕਰੀਆਂ ਦਾ ਕਦੇ ਹੋਏ ਆ, ਨਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਲਾ ਗੱਲ ਕੋਈ ਚੱਲ ਰਹੀ ਆ, ਨਾ ਸਵਾਮੀਨਾਥਨ ਰਿਪੋਰਟ ਦੀ ਗੱਲ ਚੱਲ ਰਹੀ ਆ। ਤੇ ਉਹ ਕੁੱਲ ਮਿਲਾ ਕੇ ਦੇਖਿਆ ਜਾਵੇ ਸਰਕਾਰਾਂ ਸਿਰਫ ਚੋਣਾਂ ਵੇਲੇ ਵਾਅਦਿਆਂ ਤੱਕ ਸੀਮਤ ਰਹਿੰਦੀਆਂ। ਉਸ ਤੋਂ ਬਾਅਦ ਜਦੋਂ ਹੌਲੀ ਹੌਲੀ ਸਾਲ 2 ਸਾਲ 3 ਸਾਲ 4 ਸਾਲ ਲੰਘ ਜਾਂਦੇ ਆ, 5ਵੇਂ ਸਾਲ ਫੇਰ ਵਾਅਦਿਆਂ ਦੀ ਝੜੀ ਸ਼ੁਰੂ ਕਰ ਦਿੰਦੀਆਂ। ਇਹ ਸਾਡੇ ਜਿਹੜੇ ਵੀ ਬੰਦੇ ਮੈਂਬਰ ਪਾਰਲੀਮੈਂਟ ਬਣਦੇ ਆ, ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਆਪ ਨੂੰ ਵੀ ਹੋਣਾ ਚਾਹੀਦਾ, ਤੇ ਲੋਕਾਂ ਨੂੰ ਵੀ ਇਹਨਾਂ ਨੂੰ ਚੁਣਨ ਲੱਗਿਆਂ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ। ਜਦੋਂ ਫਿਰ ਵੋਟ ਪੈਂਦੀ ਆ ਉਹ ਕਹਿੰਦੇ ਆ ਵੀ ਪੈਸੇ ਲੈ ਕੇ ਵੋਟ ਨਾ ਪਾਓ, ਤੇ ਜਦੋਂ ਫਿਰ ਤੁਸੀਂ MP ਦਾ MLA ਖਰੀਦਦੇ ਆ ਤੇ ਉਦੋਂ ਵੀ ਤਾਂ ਪੈਸੇ ਦੀ ਵਰਤੋਂ ਹੁੰਦੀ ਆ। ਇਹ ਤਾਂ ਉਹ ਨਹੀਂ ਸੰਵਿਧਾਨ ਦੇ ਉਲਟ ਜਾਂਦਾ। ਇਹ ਤੇ ਆਪਾਂ ਕੀਤੀ ਸਨੀ ਦਿਓਲ ਦੀ ਗੱਲ, ਤੇ ਜੋ ਪੰਜਾਬ ਦੀਆਂ BJP ਨੂੰ ਛੱਡ ਕੇ ਬਾਕੀ ਸਿਆਸੀ ਧਿਰਾਂ ਨੇ ਉਹ ਹੁਣ ਇਸ ਬਿੱਲ ਦੇ ਵਿੱਚ ਕਿੱਥੇ ਖੜੀਆਂ ਨੇ, ਕੀ ਉਹਨਾਂ ਦਾ ਸੰਘਰਸ਼ ਜਿਹੜਾ ਕਿੱਧਰ ਜਾ ਰਿਹਾ, ਚਾਹੇ ਉਹ ਆਮ ਆਦਮੀ ਪਾਰਟੀ ਆ, ਚਾਹੇ ਉਹ ਕਾਂਗਰਸ ਪਾਰਟੀ ਆ, ਚਾਹੇ ਸਾਡੀ
ਤੋੜ ਵਿਛੋੜੇ ਵਾਲੀ ਪਾਰਟੀ ਨਵੀਂ ਹਲੇ ਤੋੜ ਵਿਛੋੜਾ ਵੀ ਅੱਧਾ ਹੀ ਆ। ਸ਼੍ਰੋਮਣੀ ਅਕਾਲੀ ਦਲ ਆ ਤੇ ਕੁਝ ਹੋਰ ਗੈਰ ਹੱਲ ਹੈਗੇ ਤੇ ਸਿਆਸੀ ਨੇ ਪਾਰਟੀਆਂ ਨਹੀਂ ਬਣਾ ਸਕੇ, ਚਾਹੇ ਉਹ ਖਹਿਰਾ ਸਾਹਿਬ ਨੇ, ਚਾਹੇ ਛੋਟੇਪੁਰ ਜੀ ਨੇ ਤੇ ਬੈਂਸ ਭਰਾ ਨੇ। ਇਹਨਾਂ ਦਾ ਜਿਹੜਾ ਪਰਚੋਲ ਕਰਕੇ ਦਸੀਏ ਇਹਨਾਂ ਨੂੰ, ਲੋਕ ਆਪਣੇ ਸਾਡੇ ਦਰਸ਼ਕਾਂ ਨੂੰ, ਕਿ ਇਹ ਹੁਣ ਕਿੱਥੇ ਖੜੇ ਨੇ। ਕਿਸੇ ਇੱਕ ਪਾਰਟੀ ਦਾ ਜ਼ਿਕਰ ਕਰਨਾ ਤਾਂ ਨਹੀਂ ਠੀਕ ਰਹੂਗਾ, ਪਰ ਸਿਆਸੀ ਪਾਰਟੀਆਂ ਕੋਲ ਮਿਲਾ ਕੇ ਮੈਂ ਦੇਖਿਆ ਬੀਜੇਪੀ ਨੂੰ ਛੱਡ ਕੇ ਸਾਰੀਆਂ ਸਿਆਸੀ ਧਿਰਾਂ, ਉਹ ਭਾਜਪਾ ਤਾਂ ਚਲੋ ਸੱਤਾਧਾਰੀ ਆ, ਉਹ ਤਾਂ ਹੁਣ ਸੈਂਟਰ ਦੇ ਉਹਦਾ ਨਾਲ ਹੀ ਚੱਲਣੀ ਆ, ਉਹਨਾਂ ਨੇ ਤਾਂ ਉਹਨੂੰ ਜਾਇਜ਼ ਠਹਿਰਾਉਣਾ ਹੀ ਠਹਿਰਾਉਣਾ। ਬਾਕੀ ਸਿਆਸੀ ਪਾਰਟੀਆਂ ਜਿਹੜੀ ਕਾਂਗਰਸ ਦੇ ਸਮੇਤ ਉਹ ਕਿਸਾਨਾਂ ਦੇ ਨਾਲ ਕਿਸੇ ਨਾ ਕਿਸੇ ਹੱਦ ਤੱਕ ਜੁੜੀਆਂ ਹੋਈਆਂ, ਉਹਨਾਂ ਦੇ ਸਮਰਥਨ ਵਿੱਚ ਆ। ਆਮ ਆਦਮੀ ਪਾਰਟੀ ਨੇ ਵੀ ਸਮਰਥਨ ਦੇ ਦਿੱਤਾ। ਲੋਕ ਇਨਸਾਫ ਪਾਰਟੀ ਦੇ ਜਿਹੜੇ ਸਿਮਰਜੀਤ ਬੈਂਸ ਹੋਣੀ ਆ, ਉਹ ਵੀ 23 ਸਤੰਬਰ ਤੋਂ ਫਤਿਹਗੜ੍ਹ ਸਾਹਿਬ ਤੋਂ ਇੱਕ ਮੋਟਰਸਾਈਕਲ ਮਾਰਚ ਕੱਢ ਰਹੇ ਆ ਦਿੱਲੀ ਤੱਕ। ਇਸ ਤੋਂ ਪਹਿਲਾਂ ਯੂਥ ਕਾਂਗਰਸ ਵਾਲਿਆਂ ਨੇ, ਨੌਜਵਾਨਾਂ ਨੇ ਟਰੈਕਟਰ ਰੈਲੀ ਕੱਢੀ ਸੀ, ਜਿਨ੍ਹਾਂ ਦਾ ਬਹੁਤ ਜਾ ਕੇ ਉੱਥੇ ਲਾਲੂੜੂ ਦੇ ਕੋਲ ਜਾ ਕੇ ਹਰਿਆਣੇ ਦੇ ਬਾਰਡਰ ਤੇ ਬਹੁਤ ਝੜਪ ਹੋ ਗਈ ਪੁਲਿਸ ਦੇ ਨਾਲ, ਪਾਣੀ ਦੀਆਂ ਵਿਛਾੜਾਂ ਸਿੱਟੀਆਂ। ਉੱਥੇ ਇੱਕ ਕਿਸਾਨ ਨੇ ਰੋਸ 'ਚ ਆ ਕੇ ਆਪਣੇ ਟਰੈਕਟਰ ਨੂੰ ਅੱਗ ਵੀ ਲਾ ਲਈ, ਪਰ ਉਹ ਫਿਰ ਵੀ ਸ਼ਾਮ ਤੱਕ ਉੱਥੇ ਟਰੈਕਟਰ ਰੈਲੀ ਦਿੱਲੀ ਪਹੁੰਚ ਗਈ। ਹੌਲੀ ਹੌਲੀ ਜਿਹੜਾ ਇਹ ਅੰਦੋਲਨ ਆ, ਇਹ ਸਟੇਟ ਤੋਂ ਤਬਦੀਲ ਹੋ ਕੇ ਸੈਂਟਰ ਵੱਲ ਨੂੰ ਜਾ ਰਿਹਾ, ਕਿਉਂਕਿ ਜਿਹੜੇ ਮੁੱਖ ਮੰਤਰੀ ਆਪਣੇ ਪੰਜਾਬ ਦੇ, ਉਹਨਾਂ ਨੇ ਵੀ ਕਿਹਾ ਵੀ ਤੁਸੀਂ ਦਿੱਲੀ ਜਾ ਕੇ ਧਰਨਾ ਦਿਓ, ਅਸੀਂ ਤੁਹਾਡੇ ਨਾਲ ਆ। ਔਰ ਸੁਨੀਲ ਜਾਖੜ ਜਿਹੜੇ ਸੀਨੀਅਰ ਕਾਂਗਰਸੀ ਆਗੂ ਆ, ਉਹ ਉਸ ਟਰੈਕਟਰ ਰੈਲੀ ਦੀ ਅਗਵਾਈ ਕਰ ਰਹੇ ਸੀ। ਉਹ ਖੁਦ ਦਿੱਲੀ ਉਸ ਯੂਥ ਕਾਂਗਰਸ ਦੀ ਰੈਲੀ ਦੇ ਨਾਲ ਗਏ ਆ। ਅਕਾਲੀ ਦਲ ਦੀ ਜੇ ਆਪਾਂ ਗੱਲ ਕਰੀਏ, ਉਹਨਾਂ ਨੇ ਅਸਤੀਫਾ ਤਾਂ ਦੇ ਦਿੱਤਾ, ਪਰ ਲੋਕਾਂ ਦਾ ਹਜੇ ਵੀ ਇਹ ਆ ਵੀ ਇਹ ਸਮਾਂ ਵਿਹਾ ਕੇ ਦਿੱਤਾ। ਜਦੋਂ ਤਾਂ ਅਸਤੀਫਾ ਦੇਣਾ ਬਣਦਾ ਸੀਗਾ, ਕੈਬਨਿਟ ਦੇ ਵਿੱਚ ਆਰਡੀਨੈਂਸ ਲਿਆਂਦਾ, ਉਦੋਂ ਖੁਦ ਇਹ ਕੈਬਨਿਟ ਮੰਤਰੀ ਸੀ, ਉਦੋਂ ਇਹਨਾਂ ਨੇ ਨਹੀਂ ਸੋਚਿਆ। ਹੁਣ ਜਦੋਂ ਇੱਕ ਗੱਲ ਹੋਰ ਵੀ ਚੱਲਦੀ ਆ ਵੀ ਜੇ ਇਹਨਾਂ ਨੂੰ ਇਹ ਲੱਗਦਾ ਵੀ ਜਿਹੜੇ ਬਿੱਲ ਕਿਸਾਨ ਮਾਰੂ ਆ, ਤੇ ਜਿਨ੍ਹਾਂ ਨੇ ਬਿੱਲ ਬਣਾਏ ਆ ਉਹ ਨਹੀਂ ਕਿਸਾਨ ਮਾਰੂ, ਉਹਨਾਂ ਦਾ ਕਿਉਂ ਪੱਲਾ ਫੜਿਆ ਅਜੇ ਤੱਕ? ਉਹਦੇ ਤੇ ਵੀ ਸਵਾਲ ਉੱਠ ਰਹੇ ਆ ਵੀ ਜੇ ਤੁਸੀਂ ਇੱਕ ਪਾਸੇ ਦਾ ਅਸਤੀਫਾ ਦੇ ਦਿੱਤਾ, ਕਹਿੰਦੇ ਵੀ ਹੁਣ ਕਿਸਾਨ ਮਾਰੂ ਬਿੱਲ, ਇਹ ਕਿਸਾਨਾਂ ਨੂੰ ਮਾਰਨ ਵਾਲੇ ਆ। ਮੈਨੂੰ ਇਦਾਂ ਲੱਗਦਾ ਕਿ ਇਹਨਾਂ ਨੂੰ ਚਾਹੀਦਾ ਸੀ, ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਆਹ ਬਿੱਲ ਆਉਣ ਵਾਲੇ ਆ, ਸੰਸਦ ਸੈਸ਼ਨ ਤੋਂ 2-3 ਮਹੀਨੇ ਪਹਿਲਾਂ ਆਖਰ ਉੱਥੇ ਚਰਚਾ ਸ਼ੁਰੂ ਹੋਈ ਹੋਈ ਆ, ਬਿਲਕੁਲ 2 ਮਹੀਨੇ ਹੋ ਗਏ, ਜੂਨ ਤੋਂ ਚੱਲਣ ਡਿਆ। ਇਹਨਾਂ ਨੂੰ ਚਾਹੀਦਾ ਸੀ ਕਿ ਇਹਨਾਂ ਬਿੱਲਾਂ ਦੀ ਡਿਟੇਲ ਲਿਆ ਕੇ ਲੋਕਾਂ ਸਾਹਮਣੇ ਰੱਖਦੇ, ਉਦੋਂ ਪ੍ਰੈਸ ਕਾਨਫਰੰਸ ਕਰਦੇ ਤੇ ਲੋਕਾਂ ਨੂੰ ਦੱਸਦੇ ਕਿ ਤੁਹਾਡੇ ਨਾਲ ਇਹ ਹੋਣ ਵਾਲਾ ਹੈ। ਇਹਨਾਂ ਨੇ ਵੀ ਕੋਸ਼ਿਸ਼ ਕੀਤੀ ਵੀ ਅਸੀਂ ਇਹਨੂੰ ਜਾਇਜ਼ ਠਹਿਰਾਇਆ ਜਾਵੇ, ਬਾਰ-ਬਾਰ ਖੇਤੀ ਮੰਤਰੀ ਤੋਂ ਲਿਆ ਕੇ ਪੱਤਰ ਦਿਖਾੜਦੇ ਸੀਗੇ ਵੀ ਇਹ ਤੁਹਾਡੇ ਹੱਕ ਦੀ ਗੱਲ ਆ, ਉਹਨੂੰ ਵੀ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ। ਮੁੱਖ ਮੰਤਰੀ ਸਾਬਕਾ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਗੱਲ ਕਰਵਾਈ, ਪਰ ਹੁਣ ਜਦੋਂ ਉਹਨਾਂ ਦੇ ਅਸਤੀਫਾ ਦੇ ਦਿੱਤਾ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਲੱਗਦਾ ਆ ਕਿ ਇਹਨਾਂ ਨੂੰ ਜਿਹੜਾ ਇਹ ਗੱਠਜੋੜ ਤੋੜਨਾ ਚਾਹੀਦਾ ਸੀ। ਬਾਦਲ ਸਾਹਿਬ ਤਾਂ ਕਹਿੰਦੇ ਆ ਕਿ ਜੋ ਸੁਖਬੀਰ ਸਿੰਘ ਬਾਦਲ ਪ੍ਰਧਾਨ ਪਾਰਟੀ ਦੇ ਕਰ ਰਹੇ ਨੇ ਉਹ ਠੀਕ ਨੇ, ਤੇ ਸ਼ਾਇਦ ਮੈਨੂੰ ਸੁਣਨ ਚ ਆਇਆ ਕਿ 25 ਤਰੀਕ ਨੂੰ ਕੋਰ ਕਮੇਟੀ ਦੀ ਮੀਟਿੰਗ ਹੋ ਰਹੀ ਆ। ਦੇਖੋ 25 ਤਰੀਕ ਨੂੰ ਹੁਣ ਇਹ ਤੋੜ ਵਿਛੇੜੇ ਨੂੰ ਤੋੜਦੇ ਆ ਜਾਂ ਕੋਈ ਨਵੀਂ ਉਲੀਕਦੇ ਆ ਤਰੀਕ ਜਾਂ ਕੋਈ ਨਵਾਂ ਤਰੀਕਾ। ਪਰ ਮੈਨੂੰ ਲੱਗਦਾ ਕੁੱਲ ਮਿਲਾ ਕੇ ਜਿੰਨੀਆਂ ਵੀ ਸਿਆਸੀ ਧਿਰਾਂ ਆ ਉਹ ਸਿਰਫ ਰੋਟੀਆਂ ਹੀ ਸੇਕ ਰਹੀਆਂ, ਸਿਆਸਤ ਹੀ ਕਰ ਰਹੀਆਂ, ਕਿਸਾਨਾਂ ਦੇ ਭਲੇ ਦਾ ਮਾਦਾ ਕਿਸੇ ਕੋਲ ਨਹੀਂ ਹੈ। ਮਿਲਦੇ ਹਾਂ ਜੀ ਇੱਕ ਵਾਰ ਫਿਰ ਇਸੇ ਪ੍ਰੋਗਰਾਮ ਵਿੱਚ ਕੁਝ ਹੋਰ ਵਿਚਾਰ ਲੈ ਕੇ। ਸਵਾਗਤ ਹੈ ਜੀ ਇੱਕ ਵਾਰ ਫਿਰ ਪ੍ਰੋਗਰਾਮ ਵਿਚਾਰ ਚਰਚਾ। ਸ਼ੇਰਗਿੱਲ ਸਾਹਿਬ, ਬਹੁਤ ਗੱਲਾਂ ਕਰ ਲਈਆਂ ਆਪਾਂ ਕਿਸਾਨ ਤੇ ਕਿਸਾਨੀ ਦੀਆਂ, ਪਰੇਸ਼ਾਨ ਵੀ ਆ ਤੇ ਹੱਲ ਵੀ ਕੋਈ ਨਜ਼ਰ ਨਹੀਂ ਆਉਂਦਾ। ਤੇ ਇਹੋ ਜੀ ਇੱਕ ਹੋਰ ਪਰੇਸ਼ਾਨੀ ਸਾਡੇ ਤੇ ਪਿਛਲੇ 6-7 ਮਹੀਨਿਆਂ ਤੋਂ ਛਾਈ ਹੋਈ ਹੈ ਸਾਰੇ ਦੁਨੀਆ ਤੇ, 10 ਮਹੀਨੇ ਹੀ ਹੋ ਗਏ ਹੁਣ ਤਾਂ। ਤੇ ਕਰੋਨਾ ਜਿਹੜੀ ਇੱਕ ਮਹਾਮਾਰੀ ਆ, ਉਹਦੇ 'ਚ ਵੀ ਹਾਲੇ ਤੱਕ ਕੋਈ ਰੁਕਾਵਟ, ਕੋਈ ਰੋਕ ਨਜ਼ਰ ਨਹੀਂ ਆ ਰਹੀ। ਦਿਨੋਂ ਪਰ ਦਿਨ ਮੌਤਾਂ ਵੀ ਵੱਧ ਰਹੀਆਂ ਤੇ ਕੇਸ ਵੀ ਵੱਧ ਰਹੇ ਆ। ਹਾਲਾਂਕਿ ਸਰਕਾਰ ਜਦੋਂ ਆਪਣੀਆਂ ਖਬਰਾਂ 'ਚ ਅੰਕੜੇ ਦੱਸਦੀ ਆ ਤੇ ਉਹ ਇੱਦਾਂ ਦੱਸਦੇ ਆ ਕਿ 75% ਲੋਕ ਰਿਕਵਰ ਹੋ ਰਹੇ ਆ, ਜਾਂ 76 ਹੋ ਰਹੇ ਆ, ਜਾਂ 77 ਹੋ ਰਹੇ ਆ, ਪਰ ਜਿਹੜੀ ਆਮ ਲੋਕਾਂ ਨੂੰ ਰਾਹਤ ਦੀ ਕੋਈ ਖਬਰ ਨਹੀਂ ਆਉਂਦੀ। ਤੇ ਕੱਲ ਦੀ ਇਹ ਇੱਕ ਹੋਰ ਖਬਰ ਆ ਕਿ ਵਿਸ਼ਵ ਦੇ ਵਿੱਚ ਜਿਹੜੀ ਮੰਦੀ ਆ ਉਹਦੇ ਕਰਕੇ ਸਾਡੇ ਸੈਂਸੈਕਸ ਵੀ ਡਿੱਗੇ ਨੇ। ਹਾਲਾਂਕਿ ਸਾਨੂੰ ਤੇ ਇਹਦੀ ਬਾਰੇ ਹਾਲੇ ਸਮਝ ਵੀ ਨਹੀਂ ਲੱਗਦੀ ਕਿ ਸੈਂਸੈਕਸ ਹੁੰਦਾ ਕੀ ਆ ਤੇ ਸਾਡੇ ਆਮ ਰਸੋਈ ਦੇ ਵਿੱਚ ਜਾਂ ਸਾਡੇ ਕਮਰੇ 'ਚ ਸੈਂਸੈਕਸ ਨਾਲ ਕੀ ਨੁਕਸਾਨ ਹੁੰਦੇ ਨੇ। ਕਰੋਨਾ ਤੇ ਸੈਂਸੈਕਸ ਦਾ ਕੀ ਆਪਸ 'ਚ ਜੋੜ ਹੈ ਤੇ ਕੀ ਕਰੋਨਾ ਨੂੰ ਕੁਝ ਠੱਲ ਪਏਗੀ ਆਉਣ ਵਾਲੇ ਸਮੇਂ 'ਚ ਕੁਝ ਕਿ ਨਹੀਂ? ਦੇਖੋ, ਕਰੋਨਾ ਦਾ ਤਾਂ ਜਿਹੜਾ ਕਹਿਰ ਆ ਉਹ ਲਗਾਤਾਰ ਵੱਧਦਾ ਜਾ ਰਿਹਾ, ਪਰ ਉਹਦੇ ਵਿੱਚ ਰਾਹਤ ਵਾਲੀ ਗੱਲ ਵੀ ਹੈਗੀ ਆ ਜਿਹੜੀ ਆਮ ਲੋਕਾਂ ਨੂੰ ਬਹੁਤ ਸਕੂਨ ਮਹਿਸੂਸ ਕਰ ਸਕਦੇ ਆ ਵੀ ਉਹ ਸਰਕਾਰ ਦੇ ਅੰਕੜਿਆਂ ਮੁਤਾਬਕ 80% ਤੱਕ ਚੱਲ ਗਈ ਆ, ਔਰ ਇਹ ਕਾਫੀ ਰਾਹਤ ਦੇਣ ਵਾਲੀ ਆ। ਉਧਰ ਨਾਲ ਹੀ ਉਹਨਾਂ ਨੇ ਜਿਹੜਾ ਅੰਕੜਾ ਦੱਸਿਆ ਤੇ ਉਹ 55 ਲੱਖ ਤੋਂ ਉੱਪਰ ਹੋ ਗਿਆ ਕੁੱਲ ਅੰਕੜਾ, ਜਿਹਦੇ ਵਿੱਚ ਇੱਕ ਵੱਡੀ ਗੱਲ ਇਹ ਵੀ ਕੱਲ ਸਾਹਮਣੇ ਆਈ ਆ ਬੀਤੇ ਦਿਨ ਹੀ ਕਿ ਐਕਟਿਵ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਘਟੀ ਇੱਕ ਦਿਨ 'ਚ ਜੀ। ਮਤਲਬ 75,000 ਦੇ ਕਰੀਬ ਜਿਹੜੇ ਐਕਟਿਵ ਕੇਸ ਘਟ ਗਏ ਆ, ਜਿਹੜੇ 10.25 ਲੱਖ ਜਾਂ 10.5 ਲੱਖ ਦੇ ਕਰੀਬ ਸੀ ਐਕਟਿਵ ਕੇਸਾਂ 'ਚੋਂ, ਉਹ ਘਟ ਕੇ 9,75,000 9,50,000 ਦੇ ਕਰੀਬ ਰਹਿ ਗਈ ਆ। ਇਹ ਵੀ ਬਹੁਤ ਵੱਡੀ ਰਾਹਤ ਵਾਲੀ ਗੱਲ ਆ। ਜੇ ਆਪਾਂ ਇਹਨੂੰ ਜਮ੍ਹਾਂ ਘਟਾਓ 'ਚ ਦੇਖੀਏ ਤੇ 55-56 ਲੱਖ ਦੇ ਵਿੱਚੋਂ ਜੇ ਆਪਾਂ ਐਕਟਿਵ ਕੇਸ ਸਿਰਫ ਇੰਨੇ ਰਹਿਣ ਦੀਏ ਤੇ ਬਾਕੀ ਮਰੀਜ਼ ਜਿਹੜੇ ਸਾਰੇ ਠੀਕ ਹੋ ਚੁੱਕੇ ਆ। ਠੀਕ ਆ, ਮੌਤਾਂ ਦੀ ਗਿਣਤੀ ਜਿਹੜੀ ਆ ਉਹ ਕਾਫੀ ਵੱਧ ਰਹੀ ਆ, 88,000 ਤੱਕ ਚੱਲ ਗਈ ਆ।
ਵਰਲਡ ਲੈਵਲ ਤੇ ਵਿਸ਼ਵ ਲੈਵਲ ਤੇ ਵੀ ਜਿਹੜਾ ਉਹ 3 ਕਰੋੜ ਨੂੰ ਪਾਰ ਕਰ ਗਈ ਅੰਕੜਾ। ਪਰ ਇਸ ਦੇ ਬਾਵਜੂਦ ਵੀ ਜੇ ਦੇਖਿਆ ਜਾਵੇ ਤਾਂ ਹੁਣ ਸਾਰਾ ਕੁਝ ਹੀ ਖੁੱਲਣ ਜਾ ਰਿਹਾ। ਅਨਲੌਕਿੰਗ ਜਿਹੜਾ 5 ਚੱਲ ਪੈਣਾ ਆ 1 ਅਕਤੂਬਰ ਤੋਂ, ਉਹਦੇ ਵਿੱਚ ਵੀ ਸਕੂਲ ਵਗੈਰਾ ਖੁੱਲ੍ਹਣੇ, ਗਾਂ ਅੱਗੇ ਪੇਪਰ ਹੋਣੇ ਆ, ਬੱਚਿਆਂ ਦਾ ਭਵਿੱਖ ਵੀ ਬਹੁਤ ਧੁੰਦਲਾ ਨਜ਼ਰ ਆ ਰਿਹਾ ਇਸ ਕਰੋਨਾ ਦੇ ਦੌਰ ਦੇ ਵਿੱਚ। ਜਿਹੜੀ ਤੁਸੀਂ ਸੈਂਸੈਕਸ ਦੀ ਗੱਲ ਕੀਤੀ ਆ, ਇਹ ਕਰੋਨਾ ਦਾ ਅਸਰ ਜਿਹੜਾ ਆ ਉਹ ਹਰੇਕ ਵਰਗ ਦੇ ਲੋਕਾਂ ਤੇ ਪਿਆ ਆ ਔਰ ਬਹੁਤ ਬੁਰੀ ਤਰ੍ਹਾਂ ਪਿਆ। ਵਪਾਰ ਠੱਪਿਆ, ਛੋਟੇ ਤੋਂ ਲੈ ਕੇ ਵੱਡਾ ਕਾਰੋਬਾਰ ਪੂਰੀ ਤਰ੍ਹਾਂ ਬੰਦ ਪਿਆ ਆ। ਐਕਸਪੋਰਟ ਇੰਪੋਰਟ ਪਹਿਲਾਂ ਵੀ ਦੱਸਿਆ ਸੀ ਬੰਦ ਪਏ ਆ। ਉਸੇ ਦੌਰ ਦੇ ਵਿੱਚ ਅਮਰੀਕਾ, ਯੂਰਪ ਔਰ ਏਸ਼ੀਆ ਦੇ ਬਾਜ਼ਾਰ ਜਿਹੜੇ ਆ ਉਹ ਇਸ ਮੰਦੀ ਦੇ ਦੌਰ ਦੇ ਵਿੱਚ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਆ, ਜਿਹਦੇ ਕਰਕੇ ਜਿਹੜਾ ਭਾਰਤ ਦਾ ਸ਼ੇਅਰ ਬਾਜ਼ਾਰ ਬੀਤੇ ਦਿਨ ਬਹੁਤ ਵੱਡੀ ਇਤਿਹਾਸਕ ਗਿਰਾਵਟ ਦਰਜ ਕੀਤੀ ਗਈ। ਉਹਦੇ ਵਿੱਚ ਇਹ ਮਾਰਚ ਜਦੋਂ ਸ਼ੁਰੂ ਹੋਇਆ ਸੀ ਕਰੋਨਾ, ਉਦੋਂ ਵੱਡੀ ਗਿਰਾਵਟ ਸੀ, ਪਰ ਉਸ ਤੋਂ ਬਾਅਦ ਜੇ 6 ਮਹੀਨਿਆਂ ਬਾਅਦ ਜਿਹੜੀ ਐਡੀ ਵੱਡੀ ਇਤਿਹਾਸਕ ਗਿਰਾਵਟ ਦੇਖੀ ਗਈ ਆ, ਜਿਹਦੇ ਵਿੱਚ ਕੁੱਲ ਮਿਲਾ ਕੇ 4,58,000 ਕਰੋੜ ਜਿਹੜਾ ਨਿਵੇਸ਼ਕਾਂ ਦਾ ਉਹ ਕੱਲ੍ਹ ਇੱਕ ਦਿਨ 'ਚ ਡੁੱਬ ਗਿਆ। ਸ਼ੇਅਰ ਬਾਜ਼ਾਰ ਹੈ ਤਾਂ ਚਲੋ ਵੱਡਿਆਂ ਦੀਆਂ ਗੱਲਾਂ ਆ, ਪਰ ਇਹਦੇ ਵਿੱਚ ਇਹਦੇ ਨਾਲ ਇੱਕ ਦੇਸ਼ ਦਾ ਇਹ ਪ੍ਰਤੱਖ ਦਿਸਦਾ ਬਾਹਰਲੇ ਵਰਲਡ ਦੇ ਵਿੱਚ ਤੇ ਹਾਂ ਵੀ ਜੇ ਇਹਦਾ ਸ਼ੇਅਰ ਬਾਜ਼ਾਰ ਉੱਪਰ ਆ ਤੇ ਇਹਦੀ ਕੁਛ ਵੈਲਿਊ ਹੈਗੀ ਆ ਦੇਸ਼ ਦੀ। ਕਾਫੀ ਹੱਦ ਤੱਕ ਇਹਦਾ ਹਾਂ ਪੱਖੀ ਹੀ ਨਜ਼ਰੀਆ ਦੇਖਣ ਨੂੰ ਮਿਲਦਾ ਪੂਰੇ ਵਰਲਡ 'ਚ। ਪਰ ਇਹਦੇ ਨਾਲ ਇੱਕ ਹੋਰ ਜੁੜੀ ਗੱਲ ਜਿਹੜੀ ਨਵੀਂ ਆਈ ਹੈ ਸਾਹਮਣੇ, ਉਹ ਹੈ ਵੀ ਇੰਗਲੈਂਡ ਦੀ ਸਭ ਤੋਂ ਵੱਡੀ ਬੈਂਕ ਆ HSBC ਜਿਹਦਾ ਕਿ ਪੁਖਤਾ ਤੌਰ ਤੇ ਤਾਂ ਨਹੀਂ, ਅਜੇ ਸਿਰਫ ਲੀਕਡ ਡਾਕੂਮੈਂਟ ਦੇ ਵਿੱਚੋਂ ਆਇਆ ਵੀ $8 ਕਰੋੜ ਦਾ ਉਹਦਾ ਘਪਲਾ ਸਾਹਮਣੇ ਆਇਆ। ਅੱਛਾ, ਛੋਟੀ ਰਕਮ ਨਹੀਂ ਹੁੰਦੀ, ਬਹੁਤ ਵੱਡੀ ਰਕਮ ਆ, $8 ਕਰੋੜ। ਇਹ HSBC ਉਹੀ ਆ ਜਿਹੜਾ 2013 ਔਰ 14 ਦੇ ਵਿੱਚ ਜਦੋਂ ਮੰਦੀ ਆਈ ਸੀ ਵਿਸ਼ਵ ਦੇ ਵਿੱਚ, ਉਦੋਂ ਇਹਦੀ ਜਿਹੜੀ ਹਾਂਗਕਾਂਗ ਸ਼ਾਖਾ ਸੀਗੀ ਉਹਦੇ ਵਿੱਚ ਵੀ ਇਹਦਾ ਕਰੋੜਾਂ ਅਰਬਾਂ ਦਾ ਜਿਹੜਾ ਘਪਲਾ ਸਾਹਮਣੇ ਆਉਣ ਕਰਕੇ ਉਦੋਂ ਹੀ ਇਹ ਸੁਰਖੀਆਂ ਬਣੀਆਂ ਸੀ HSBC ਬੈਂਕ ਦੀਆਂ। ਹੁਣ ਫਿਰ ਉਹੀ ਸੁਰਖੀਆਂ ਉਸੇ ਬੈਂਕ ਦੀਆਂ ਬਣੀਆਂ ਕਰਕੇ ਹੀ ਜਿਹੜਾ ਸੈਂਸੈਕਸ ਡਿੱਗਿਆ। ਕਰੋਨਾ ਦਾ ਮਾਰ ਤਾਂ ਹੈਗੀ, ਆਰਥਿਕ ਮੰਦੀ ਦੀ ਮਾਰ ਹੈਗੀ, ਪਰ ਜਿਹੜਾ ਉਹਦਾ $8 ਕਰੋੜ ਦਾ ਜਿਹੜਾ ਘਪਲਾ ਸਾਹਮਣੇ ਆ ਰਿਹਾ ਨਾ, ਉਹਨੂੰ ਦੇਖ ਕੇ ਵੀ ਇਹ ਸੈਂਸੈਕਸ 'ਤੇ ਬਹੁਤ ਬੁਰਾ ਅਸਰ ਪਿਆ ਆ। ਉਹਨੇ ਹੀ ਆਪਣੇ ਜਿਹੜੇ ਸੀਗੇ ਨਿਵੇਸ਼ਕ ਸੀਗੇ ਜਾਂ ਜਿਹੜੇ ਖਾਤਾਧਾਰਕ ਸੀਗੇ, ਉਹਨਾਂ ਨੂੰ ਪੈਸੇ ਅਮਰੀਕਾ ਦੇ ਵਿੱਚ ਇੱਧਰ ਉੱਧਰ ਕਰਨ ਲਈ ਆਪ ਹੀ ਖੁੱਲ੍ਹ ਦੇਤੀ ਆ। ਹਾਲਾਂਕਿ ਉਹਨੂੰ ਆਪਣੇ ਆਪ ਤੌਰ 'ਤੇ ਪਤਾ ਸੀ ਕਿ ਇਹ ਬਹੁਤ ਵੱਡਾ ਘਪਲਾ ਆ, ਫਿਰ ਵੀ ਉਹਨੇ ਇਹਨੂੰ ਇਜਾਜ਼ਤ ਦੇਤੀ। ਇਹ ਕੁੱਲ ਮਿਲਾ ਕੇ ਇੱਕ ਬੈਂਕ ਦਾ ਕਾਰਨ ਹੋ ਗਿਆ ਵੱਡਾ ਘਪਲਾ। ਵਰਲਡ ਲੈਵਲ ਦੀ ਬੈਂਕ ਹੈ ਇੰਗਲੈਂਡ ਦੀ ਬਹੁਤ ਵੱਡੀ। ਦੂਸਰਾ ਕਰੋਨਾ ਦਾ ਮਾਰਿਆ। ਸ਼ੇਅਰ ਬਾਜ਼ਾਰ ਅੱਜ ਵੀ ਜਿਹੜਾ ਸਵੇਰੇ ਖੁੱਲਿਆ ਉਹ ਥੋੜਾ ਜਿਹਾ ਨੈਗੇਟਿਵ 'ਚ ਖੁੱਲਿਆ ਆ, ਹੋ ਸਕਦਾ ਥੋੜਾ ਜਿਹਾ ਉਹ ਰਿਕਵਰ ਕਰ ਜਾਵੇ ਤੇ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ ਜੀ। ਸਾਨੂੰ ਬਹੁਤਾ ਘਬਰਾਉਣ ਦੀ ਲੋੜ ਨਹੀਂ, ਮਤਲਬ ਬਾਹਰਲੀਆਂ ਬੈਂਕਾਂ 'ਚ ਵੀ ਘਪਲੇ ਹੁੰਦੇ ਬਹੁਤ ਵੱਡੇ ਜੀ, ਬਹੁਤ ਵੱਡੇ। ਇਹ ਇਕੱਲੇ ਭਾਰਤ ਦੀ ਬੈਂਕਾਂ 'ਚ ਨਹੀਂ ਹੈ, ਪਰ ਆਪਣੀ ਬੈਂਕਾਂ 'ਚ ਦੇਖੀਏ ਤਾਂ ਇੰਨਾ ਨਹੀਂ ਹੈਗਾ। ਬਾਹਰਲੀਆਂ ਬੈਂਕਾਂ 'ਚ ਤਾਂ ਅਰਬਾਂ ਖਰਬਾਂ ਚੱਲ ਜਾਂਦੇ ਨਾ ਜੀ। ਉਹਨਾਂ ਦਾ ਹਿਸਾਬ ਆ, ਉਹ ਜਿਸ ਲੈਵਲ ਦੀਆਂ ਉਹ ਬੈਂਕਾਂ ਆ ਉਸ ਲੈਵਲ ਦੇ ਉਹਨਾਂ ਨੇ ਘਪਲੇ ਕਰਨੇ ਆ ਜੀ। 23, 24, 25 ਪੰਜਾਬ ਬੰਦ ਦਾ ਜਿਹੜਾ ਕਾਲ ਆ, ਹੁਣ ਇਹ ਆਮ ਲੋਕਾਂ ਦੇ ਜਨ ਜੀਵਨ ਤੇ ਕੁਝ ਅਸਰ ਪਏਗਾ ਜਾਂ ਲੋਕਾਂ ਨੂੰ ਕੋਈ ਸਲਾਹ ਦੇਣੀ ਆਪਾਂ? ਇਹਦੇ ਵਿੱਚ ਇਹ ਆ ਵੀ ਕਿਸਾਨਾਂ ਨੇ 24-25 ਨੂੰ ਤਾਂ ਰੇਲਾਂ ਰੋਕਣੀਆਂ ਆ ਜੀ। ਉਹਨਾਂ ਨੇ ਮੁੱਖ ਬਿੰਦੂਆਂ ਤੇ ਰੇਲਾਂ ਰੋਕਣ ਦਾ ਐਲਾਨ ਕੀਤਾ ਆ ਤੇ ਅਗਲਾ ਜਿਹੜਾ 25 ਨੂੰ ਉਹ ਪੰਜਾਬ ਬੰਦ ਦਾ ਕੀਤਾ ਆ, ਉਹਦੇ ਵਿੱਚ ਉਹਨਾਂ ਨੂੰ ਕਾਫੀ ਹੱਦ ਤੱਕ ਟ੍ਰੇਡ ਯੂਨੀਅਨਾਂ, ਟਰਾਂਸਪੋਰਟਰ ਜਿਹੜੇ ਆ, ਮਜ਼ਦੂਰ ਸੰਘਰਸ਼ ਕਮੇਟੀ ਆ, ਹੋਰ ਬਹੁਤ ਜਥੇਬੰਦੀਆਂ ਨੇ ਉਹਨਾਂ ਦਾ ਸਮਰਥਨ ਕਰ ਦਿੱਤਾ ਹੈ 25 ਨੂੰ ਬੰਦ ਦਾ। ਪਰ ਇਹਦੇ 'ਚ ਆਮ ਲੋਕਾਂ ਦਾ ਜਿਹੜਾ ਉਹ ਜਨ ਜੀਵਨ ਅਸਰ ਤਾਂ ਪੈਣਾ ਸੁਭਾਵਿਕ ਹੀ ਆ, ਕਿਉਂਕਿ ਇਹ ਤਾਂ ਹਾਈ ਕੋਰਟ ਤੱਕ ਵੀ ਜਦੋਂ ਅਦਾਲਤਾਂ ਵੀ ਕਹਿੰਦੀਆਂ ਵੀ ਤੁਸੀਂ ਆਪਣਾ ਜੋ ਵਿਰੋਧ ਪ੍ਰਦਰਸ਼ਨ ਕਰਨਾ ਆ ਵੀ ਆਮ ਲੋਕ ਜਿਹੜੇ ਪਰੇਸ਼ਾਨ ਨਾ ਹੋਣ। ਪਰ ਜਦੋਂ ਆਪਾਂ ਰੇਲਾਂ ਰੋਕਦੇ ਹਾਂ ਜਾਂ ਜਦੋਂ ਸੜਕਾਂ ਰੋਕਦੇ ਹਾਂ ਜਾਂ ਬੱਸਾਂ ਰੋਕਦੇ ਹਾਂ ਜਾਂ ਜੋ ਵੀ ਜਾਮ ਲਾ ਦਿੰਦੇ ਹਾਂ ਤੇ ਪਰੇਸ਼ਾਨ ਤਾਂ ਆਮ ਬੰਦਾ ਹੀ ਹੁੰਦਾ ਆ। ਪਰ ਜਿੱਥੋਂ ਤੱਕ ਆਪਾਂ ਇਹਨਾਂ ਦੇ ਜਾਇਜ਼ ਨਜਾਇਜ਼ ਦੀ ਗੱਲ ਕਰੀਏ ਉਹ ਇੱਕ ਵੱਖਰਾ ਮੁੱਦਾ ਬਣ ਜਾਂਦਾ ਆ। ਪਰ ਕਿਸਾਨਾਂ ਦਾ ਜਿਹੜਾ ਆਪਣਾ ਵਿਰੋਧ ਦਰਜ ਕਰਵਾਉਣ ਦਾ ਜੇ ਸਰਕਾਰਾਂ ਨਹੀਂ ਮੰਨਦੀਆਂ ਤਾਂ ਇਸ ਹੱਦ ਤੱਕ ਕੋਈ ਬੰਦਾ ਜਾਂਦਾ ਵੀ ਉਹ ਬੰਦ ਤੱਕ ਦਾ ਐਲਾਨ ਕਰ ਦਿੰਦਾ ਆ। ਪਰ ਉਹਦੇ ਵਿੱਚ ਜੇ ਕਿਸਾਨ ਵੀ ਤਕਰੀਬਨ ਕਈ ਵਾਰੀ ਮੈਂ ਉਹਨਾਂ ਨੂੰ ਦੇਖਿਆ ਵੀ ਉਹ ਆਮ ਬੰਦਿਆਂ ਨੂੰ ਪਰੇਸ਼ਾਨ ਕਰਨ ਦੇ ਹੱਕ ਵਿੱਚ ਨਹੀਂ ਹੁੰਦੇ ਆ। ਫਿਰ ਵੀ ਜਦੋਂ ਇੱਦਾਂ ਦਾ ਵਿਰੋਧ ਪ੍ਰਦਰਸ਼ਨ ਹੁੰਦਾ ਆ ਤੇ ਉਹਦੇ ਵਿੱਚ ਲਾਜ਼ਮੀ ਆ ਕੇ ਆਮ ਬੰਦੇ ਨੂੰ ਪਰੇਸ਼ਾਨੀ ਹੋਣੀ ਆ ਜੀ। ਅਸੀਂ ਬਹੁਤ ਸਾਰੇ ਮੁੱਦਿਆਂ ਤੇ ਗੱਲਾਂ ਕਰਦੇ ਹਾਂ ਤੇ ਸਾਨੂੰ ਕਈ ਵਾਰ ਲੱਗਦਾ ਕਿ ਸਾਨੂੰ ਇਹਨਾਂ ਚੀਜ਼ਾਂ ਬਾਰੇ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਆ, ਪਰ ਇਹ ਸਰਕਾਰਾਂ ਤੇ ਜਿਹੜੇ ਸਾਡੇ ਅਮਲੇ ਨੇ, ਸਾਡੇ ਪ੍ਰਸ਼ਾਸਨਿਕ ਨੇ, ਉਹ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਸੁਹਿਰਦ ਨਹੀਂ ਲੱਗਦੇ। ਉਹਨਾਂ ਦਾ ਬਹੁਤਾ ਦਾਰੋਮਦਾਰ ਜਿਹੜਾ ਆ ਉਹ ਉਹਨਾਂ ਚੀਜ਼ਾਂ ਨਾਲ ਜੋ ਉਹਨਾਂ ਨੂੰ ਸਿਆਸੀ ਫਾਇਦੇ ਹੋਣੇ ਆ ਜਾਂ ਸਿਆਸੀ ਨੁਕਸਾਨ ਹੋਣੇ ਆ ਉਹਨਾਂ ਤੱਕ ਹੀ ਸੀਮਤ ਰਹਿੰਦਾ। ਉਹੀ ਇੱਛਾ ਸ਼ਕਤੀ ਦੀ ਗੱਲ ਕੀਤੀ ਆ ਵੀ ਜੇ 30 ਸਾਲ 35 ਸਾਲ ਬਾਅਦ ਹੁਣ ਦੇ ਪ੍ਰਧਾਨ ਮੰਤਰੀ ਨੇ, ਹੁਣ ਦੀ ਸਰਕਾਰ ਨੇ ਇੱਛਾ ਸ਼ਕਤੀ ਦਿਖਾਈ ਤਾਂ 84 ਮਾਮਲੇ 'ਚ ਘੱਟੋ ਘੱਟ ਸੱਜਣ ਕੁਮਾਰ ਤਾਂ ਅੰਦਰ ਬੈਠਾ ਆ, ਬਾਕੀ ਦੋਸ਼ੀ ਅਜੇ ਬਾਹਰ ਆ। ਜੇ ਇਹ ਇੱਛਾ ਸ਼ਕਤੀ ਪਿਛਲੀਆਂ ਸਰਕਾਰਾਂ ਦਿਖਾਲੀਆਂ ਹੁੰਦੀਆਂ ਤਾਂ ਘੱਟੋ ਘੱਟ ਹੁਣ ਤੱਕ ਇਨਸਾਫ ਮਿਲਿਆ ਹੋਣਾ ਸੀਗਾ। ਇਹ ਇੱਛਾ ਸ਼ਕਤੀ ਦੀ ਘਾਟ ਹੀ ਦਰਸਾਉਂਦੀ ਆ ਵੀ ਸਾਨੂੰ ਜਿਹੜਾ ਲੰਮਾ ਸਮਾਂ ਇਨਸਾਫ ਨੂੰ ਉਡੀਕ ਕਰਨੀ ਪੈਂਦੀ ਹੈ।
ਅਗਲੇ ਪ੍ਰੋਗਰਾਮ ਵਿੱਚ ਪੇਸ਼ ਹੋਵਾਂਗੇ ਕੁਝ ਹੋਰ ਵਿਚਾਰ ਲੈ ਕੇ, ਕੁਝ ਹੋਰ ਗੱਲਾਂ ਲੈ ਕੇ। ਤਦ ਤੱਕ ਆਸ ਹੈ ਕਿ ਸਾਡੇ ਜੀਵਨ ਵਿੱਚ ਕੁਝ ਚੰਗੇ ਪਰਿਵਰਤਨ ਆ ਜਾਣਗੇ। ਧੰਨਵਾਦ। ਧੰਨਵਾਦ ਜੀ।